जी एज सच कोई अननोन रेजिस्टेंस ਜਿਹੜੀ ਆ ਉਹ ਕੈਲਕੂਲੇਟ ਕਰਦੇ ਕੁਝ ਅਸੀਂ ਡਿਫਾਈਨ ਉਸ ਦਿਨ ਇਹ ਕੀਤਾ ਸੀਗਾ ਕਿ ਜੇ ਮੇਰੀ 5 ਰੈਜ਼ਿਸਟਰ ਕਿਸੇ ਇੱਕ ਸਪੈਸਿਫਿਕ ਕੰਬੀਨੇਸ਼ਨ ਦੇ ਅੰਦਰ ਅਟੈਚ ਹੋਣ और उस दो कंडीशन ने कि भी बिल्कुल वन कंडीशन कि भी एक रेजिस्टर बाकी चार रेजिस्टर ना कॉमन आवे ठीक है और किसी एक इंस्टेंट दे उत्ते जाके थोड़ा गैल्वेनोमीटर जीरो डिफ्लेक्शन शो ऑफ करे ठीक है तो उस इंस्टेंट दे कहने व्हीटस्टोन ब्रिज बैलेंस कंडीशन होएगा और जदों व्हीटस्टोन ब्रिज बैलेंस होएगा ते दो दो रेजिस्टेंस दी रेशियो उस मोमेंट ते हमेशा आपस इक्वल ये सारी गल दा ਆਪਾਂ ਗੱਲਾਂ ਦਾ ਜੇ ਮਤਲਬ ਕੱਢਣਾ ਹੋਵੇ ਠੀਕ ਹੈ ਤੇ ਇਹਦੇ ਲਈ ਇੱਕ ਸਰਕਟ ਡਾਇਗਰਾਮ ਸਮਝਿਓ ਕੁਝ ਅਸੀਂ ਉਸ ਦਿਨ ਆਪਾਂ ਡਿਫਾਈਨ ਕੀਤਾ ਸੀਗਾ ਕਿ ਐਸ ਸੱਚ ਆਪਣੇ ਕੋਲ 4 ਰੈਜ਼ਿਸਟਰ ਕੰਸੀਡਰ ਕਰਦੇ ਪਏ ਤੁਸੀਂ 4 ਰੈਜ਼ਿਸਟਰ ਕੰਸੀਡਰ ਕਰਦੇ ਪਏ ਹੋ ਠੀਕ ਹੈ ਜੀ ਜਿਹੜੀਆਂ ਇੱਕ ਬ੍ਰਿਜ ਫਾਰਮ ਕਰਦੀਆਂ ਪਈਆਂ ਯਾਨੀ ਇਸ ਵੇ ਨਾ ਉਹਨਾਂ 4 ਰੈਜ਼ਿਸਟਰ ਦੀ ਹੈਲਪ ਨਾਲ ਸੀ ਇਹਦੇ ਇੱਕ ਬ੍ਰਿਜ ਫਾਰਮ ਹੋ ਰਿਹਾ और इथे मेरे को एसएच एक गैल्वेनोमीटर अटैच होएगा इथे मेरे को गैल्वेनोमीटर अटैच होएगा नाल दे एक टैपिंग की लगी होएगी टैपिंग की वर्ड दा मतलब होंदा कि जदों दबिया उस स्विच नु ते ओने करंट नु पास ऑन करना जदों उंगल चुक दित्ती ठीक है टैप करना बंद कीता तो उदों करंट उस स्विच ऑफ हो जाएगा यानी इनु सी कहने टैपिंग की होएगी ਇਹਦਾ ਨਾਮ K2 रख रिया और इस पूरे अरेंजमेंट नु एक सोर्स ऑफ ईएमएफ ना ਇਹਨੇ ਇੱਕ ਬੈਟਰੀ ਦੇ ਨਾਲ ਅਟੈਚ ਕਰਦਾ ਪਿਆ ਪਰ ਇਹਦੇ ਨਾਲ ਇੱਕ 1 ਵੇ ਕੀ ਲਗਾ ਦਿੱਤੀ ਆਪਾਂ K1 ਇਹਨਾਂ ਰੈਜ਼ਿਸਟਰ ਨੂੰ ਨਾਮ ਦੇਣੇ ਪਏ ਕਿ ਮੇਰੇ ਕੋਲ P Q R ਤੇ S ਆ ਮੇਰੀਆਂ 4 ਰੈਜ਼ਿਸਟਰਸ ਨੇ ਇਹ ਉਸ ਦਿਨ ਸਮਝਾਇਆ ਸੀ ਫਿਰ ਦੁਬਾਰਾ ਇਸ ਚੀਜ਼ ਨੂੰ ਰਿਪੀਟ ਕਰ ਰਿਹਾ R ਅਸੀਂ ਕਹਿੰਦੇ ਸੀਗੇ ਵੇਰੀਏਬਲ ਰੈਜ਼ਿਸਟਰ R ਸਾਡੇ ਕੋਲ ਇੱਕ ਵੇਰੀਏਬਲ ਰੈਜ਼ਿਸਟਰ ਹੋਏਗੀ S ਸਾਡੀ S ਇੱਕ ਅਨਨੋਨ ਰੈਜ਼ਿਸਟਰ ਆ ਯਾਨੀ ਤੁਸੀਂ S ਰੈਜ਼ਿਸਟੈਂਸ ਫਾਈਂਡ ਆਊਟ ਕਰਨੀ ਸਰਕਟ ਚ ਕਿੰਨੀ ਆ मतलब इतने सी वो मेटल वायर या गिवन मटेरियल नु अटैच करांगे जिदी रेजिस्टेंस ਅਸੀਂ कैलकुलेट करनी होएगी और R मेरी वेरिएबल रेजिस्टर आ वेरिएबल रेजिस्टर ਅਸੀਂ बेसिकली रियोस्टैट ਨੂੰ ਵੀ ਕਹਿੰਦੇ ਆ ਉਹ ਤਾਂ वेरिएबल रेजिस्टर ਦੋ ਤਰ੍ਹਾਂ ਦੀ ਹੋ ਸਕਦੀ ਆ ਠੀਕ ਹੈ ਇੱਕ ਰੈਜ਼ਿਸਟੈਂਸ ਬਾਕਸ ਹੁੰਦਾ ਵਾ ਜਿਸ ਚ ਨੌਬਸ ਲੱਗੀਆਂ ਹੁੰਦੀਆਂ ਠੀਕ ਹੈ ਜਿਹਦੇ ਚ ਨੌਬ ਲੱਗੀਆਂ ਹੁੰਦੀਆਂ ਉਹਨਾਂ ਵਿੱਚੋਂ ਤੁਸੀਂ ਕੋਈ 2 ਓਮ ਦੀ ਕੋਈ 3 ਓਮ ਦੀ ਕੋਈ 10 ਓਮ ਦੀ ਕੋਈ 50 ਓਮ ਦੀ जिन्ने ओम दी नॉब सर्किट दे विचों ओदे चों कट के बाहर रखदे हो उस रेजिस्टेंस बॉक्स ਨੂੰ ਇਹ ਨਾਲ ਉਹਨੇ ਓਮ ਦੀ ਰੈਜ਼ਿਸਟੈਂਸ ਜਿਹੜੀ ਹੋਏਗੀ ਉਹ ਸਰਕਟ ਦੇ ਵਿੱਚ ਕਹਿੰਦਾ ਇੰਟਰੋਡਿਊਸ ਹੋ ਜਾਂਦੀ ਹੈ ਠੀਕ ਹੈ ਉਤੋਂ ਰੈਜ਼ਿਸਟੈਂਸ ਦੀ ਵੈਲਿਊ ਕਿਉਂਕਿ ਅਸੀਂ ਚੇਂਜ ਕਰ ਸਕਦੇ ਆ ਇਸ ਲਈ ਅਸੀਂ ਕਹਿੰਦੇ ਜੀ ਉਹ ਮੇਰੇ ਕੋਲ ਐਸਐਚ ਵੇਰੀਏਬਲ ਰੈਜ਼ਿਸਟਰ ਜਾਂ ਵੇਰੀਏਬਲ ਰੈਜ਼ਿਸਟਰ ਦੀ ਇੱਕ ਫਾਰਮ ਆ ਹੁੰਦੀ ਆ ਉਹਨੂੰ ਅਸੀਂ ਰਿਓਸਟੈਟ ਕਹਿੰਦੇ ਆ रियोस्टैट ਜਿਹੜਾ ਹੋਏਗਾ ਉਹ ਬੇਸਿਕਲੀ ਇਸ ਵੇ ਨਾਲ ਅਸੀਂ ਕਹਿੰਦੇ ਜੀ ਤਿੰਨ ਉਹਦੇ ਐਸਐਚ ਟਰਮੀਨਲ ਹੁੰਦੇ ਨੇ ਆ ਤਿੰਨ ਟਰਮੀਨਲ ਹੁੰਦੇ ਇਹਨਾਂ ਤਿੰਨ ਟਰਮੀਨਲ ਦੇ ਵਿੱਚੋਂ ਅਸੀਂ ਆ ਦੋ ਟਰਮੀਨਲ ਦੇ ਵਿੱਚ A ਤੇ B ਦੇ ਕ੍ਰਾਸ ਆਪਣੇ ਸਰਕਟ ਨੂੰ ਇਹਦਾ ਅਟੈਚ ਕਰਦੇ ਹਾਂ ਆ ਟਰਮੀਨਲ ਓਪਨ ਰਹੇਗਾ ਇਹਨਾਂ ਦੋ ਟਰਮੀਨਲ ਦੇ ਵਿੱਚ ਜਦੋਂ ਐਸਐਚ ਆ ਰੈਜ਼ਿਸਟਰ ਨੂੰ ਅਟੈਚ ਕਰਦੇ ਤੇ ਆ ਜਿਹੜੀ ਉੱਪਰ ਨੌਬ ਲੱਗੀ ਹੋਏਗੀ ਇਹ ਨੌਬ ਮੂਵੇਬਲ ਹੋਏਗੀ ਇਹ ਨੌਬ ਇਸ ਰੈਜ਼ਿਸਟਰ ਦੇ ਇਸ ਪੋਰਸ਼ਨ ਦੇ ਉੱਤੇ ਆ ਕਿ ਇਹ ਰੈਜ਼ਿਸਟਰ ਦੇ ਇਸ ਪੋਰਸ਼ਨ ਤੇ ਆ ਉਹਦੇ ਕੋਰਸਪੋਂਡਿੰਗ ਸਰਕਟ ਦੀ ਰੈਜ਼ਿਸਟੈਂਸ ਜਿਹੜੀ ਆ ਉਹ ਚੇਂਜ ਹੁੰਦੀ ਸੋ ਇਹਦੇ ਐਸਐਚ ਅਸੀਂ ਕਹਿੰਦੇ ਕਿ ਵੀ ਆ ਵੀ ਮੇਰੇ ਕੋਲ ਵੇਰੀਏਬਲ ਰੈਜ਼ਿਸਟਰ ਆ ਤੇ ਜਿਹੜਾ ਰੈਜ਼ਿਸਟੈਂਸ ਬਾਕਸ ਹੋਏਗਾ ਉਹ ਵੀ ਮੇਰੀ ਵੇਰੀਏਬਲ ਰੈਜ਼ਿਸਟਰ ਪਰ ਦੋਨਾਂ ਦੇ ਵਿੱਚ ਫਰਕ ਇਹ ਹੁੰਦਾ ਕਿ ਇਹਦੀ ਸਰਕਟ 'ਚ ਕਿੰਨੀ ਰੈਜ਼ਿਸਟੈਂਸ ਹੈਗੀ ਆ ਇਹ ਨਹੀਂ ਸਾਡੇ ਕੋਲ ਨੋਟ ਹੁੰਦੀ ਠੀਕ ਹੈ ਕਿਉਂਕਿ ਇਹਦੇ ਤੇ ਕਿਤੇ ਵੀ ਰੈਜ਼ਿਸਟੈਂਸ ਵੈਲਿਊ ਨਹੀਂ ਲਿਖੀ ਹੁੰਦੀ ठीक है सो वेरिएबल रेजिस्टर जे रियोस्टैट दी फॉर्म च होएगी ओना सर्किट दे अंदर कुछ भी रेजिस्टेंस ਤੁਸੀਂ चेंज कर लोगे पर कितने ओम रेजिस्टेंस ਉਹ नहीं डिफाइन करूंगा पर रेजिस्टेंस बॉक्स लगा के जिस इतने वेरिएबल रेजिस्टर बनाई होगी ਤੇ ਫਿਰ ਉਹਦੇ ਵਿੱਚ ਮੈਂ 2 ओम रेजिस्टेंस सर्किट ਚ ਲਗਾਈ ਕੇ 10 ओम ਲਗਾਈ ਉਹ ਸਾਨੂੰ ਨੋਨ ਹੁੰਦੀ तो इतने फिर वेरिएबल रेजिस्टर लाई आ ठीक है जी इस वेले ਉਹ रेजिस्टेंस बॉक्स ਦੀ ਫਾਰਮ ਚ क्योंकि किन्ने ओम की रेजिस्टेंस सर्किट च लगानी है वो सानू नोन होनी चाहिए क्या इन्नी गल समझ लगी जी हाँ जी सर उस तो बाद हुन जदों सर्किट दे अंदर तुसी एसएच पी ते क्यू लोगे इन्हां नूं असीं कहंदे ए फिक्स्ड वैल्यू रेजिस्टर मतलब इन्हां दोनां दी रेजिस्टेंस सर्किट च चेंज नहीं होनी इन्हां दोनां दी रेजिस्टेंस फिक्स्ड वैल्यू है जे एक 4 ओम है एक 7 ओम है सानू पहले तो ओदी वैल्यू नोन ठीक है
आर असी सर्किट च चेंज करते जाना, आर असी सर्किट च चेंज करी जाना, ते एस मेरी अननोन रेजिस्टेंस असी फाइंड आउट करनी। आ जेड़ा गैल्वेनोमीटर लाया, जेड़ा सर्किट दे अंदर करंट दी डिफ्लेक्शन देगा कि करंट कितना करंट आ रहा कि नहीं आ रहा, है ना। ਇਹਦੀ ਐਸ ਚ ਕਹਿੰਦਾ ਜੀ ਆਪਣੇ ਆਪ ਚ ਜਿਹੜੀ ਰੈਜ਼ਿਸਟੈਂਸ ਹੋਏਗੀ ਉਹਦਾ ਨਾਮ ਅਸੀਂ ਜੀ ਲਿਖ ਲਿਆ। ਇਹਦੀ ਜੀ ਗੈਲਵੇਨੋਮੀਟਰ ਦੀ ਤਰ੍ਹਾਂ ਰੈਜ਼ਿਸਟੈਂਸ ਹੋਗੀ। ਸੋ ਇਹ ਪੰਜ ਰੈਜ਼ਿਸਟਰ ਦਾ ਇੱਕ ਕੰਬੀਨੇਸ਼ਨ ਹੋਏਗਾ ਜਿਹਨੂੰ ਅਸੀਂ ਕਹਿੰਦੇ ਇੱਕ ਬ੍ਰਿਜ ਫਾਰਮ ਕਰੋਗੇ। ਬ੍ਰਿਜ ਇਸ ਲਈ ਕਹਿ ਰਹੇ ਕਿ ਵੀ ਆ ਰੈਜ਼ਿਸਟਰ ਗੈਲਵੇਨੋਮੀਟਰ ਵਾਲੀ ਜਿਹੜੀ ਆ ਇਹ ਇਸ ਟਰਮੀਨਲ ਤੇ ਇਸ ਟਰਮੀਨਲ ਤੇ ਬਾਕੀ ਚਾਰਾਂ ਰੈਜ਼ਿਸਟਰ ਦੇ ਨਾਲ ਕਾਮਨ ਬਣ ਜਾਂਦੀ ਹੈ। ਇਹਦੀ ਇੱਕ ਬ੍ਰਿਜ ਫਾਰਮ ਕਰਦੇ ਜਿਹਦੇ ਥਰੂ ਅਸੀਂ ਇਹਨਾਂ ਨੂੰ ਆਪਸ ਵਿੱਚ ਕਨੈਕਟ ਕਰਦੇ ਚਾਰਾਂ ਰੈਜ਼ਿਸਟਰਸ ਨੂੰ, ठीक है। इसलिए कहते जी एक ब्रिज फॉर्म होएगा। पर जदों तुसी हुण सर्किट दे अंदर आर चेंज करी जाओगे, आर चेंज करते करते एक आर दी वैल्यू इदां दी सर्किट च सैट होएगी जदों गैल्वेनोमीटर दी डिफ्लेक्शन 0 हो जानी। और जदों गैल्वेनोमीटर दी डिफ्लेक्शन 0 आएगी उस इंस्टेंट ते P ते Q दी रेशो, R ते S दी रेशो आपस इक्वल आ जाती है। यानी उस इंस्टेंट ते P by Q it should be equal to R by S। यानी आ कंडीशन जो डिवाइस शो करदा ਇਹ ਕਹਿੰਦੇ ਵੀਟਸਟੋਨ ਬ੍ਰਿਜ बैलेंस कंडीशन च जे इन्नी कंडीशन समय लगियां तो बोलो फिर मैं करंट दी डिस्ट्रीब्यूशन करा जल्दी। यस सर, थैंक यू सर। हां जी, इतना क्लियर है? चलो हां जी सर। जे सर्किट दे अंदर हुन एस जिथों करंट सेंड कर दियो, ठीक है, ਅਸੀਂ ਐਸ ਚ ਮੈਥਮੈਟਿਕਲੀ ਇਹ ਕੰਡੀਸ਼ਨ ਪ੍ਰੂਵ ਵੀ ਕਰਨੀ ਆ। ਪਰ ਇਹਦੇ ਲਈ ਆਪਾਂ ਇਤੋਂ ਸ਼ੁਰੂ ਇਦਾਂ ਹੋਈ ਸੀ ਕਿ ਵੀ ਇਥੋਂ I ਐਂਪੀਅਰ ਕਰੰਟ ਐਂਟਰ ਕੀਤਾ, ਉਹਦੇ ਵਿੱਚੋਂ I1 ਇਸ ਆਰਮ ਚ ਚਲਾ ਗਿਆ, ਠੀਕ ਹੈ। ਤੇ ਜਿਹੜਾ ਬਾਕੀ ਬਚਿਆ ਕਰੰਟ ਆ I ਦੇ ਵਿੱਚੋਂ I ਚੋਂ I1 ਨਿਕਲ ਗਿਆ ਤੇ ਬਾਕੀ I I1 ਜਿਹੜਾ ਰਹਿ ਗਿਆ ਉਹ ਇਸ ਆਰਮ AD ਚ ਚਲਾ ਗਿਆ, ਠੀਕ ਹੈ। ਇਧਰੋਂ I1 ਜਦੋਂ B ਪੁਆਇੰਟ ਤੇ ਆਣਾ ਤੇ ਦੋ ਪਾਰਟ ਚ ਡਿਵਾਈਡ ਹੋ ਜਾਣਾ ਤੇ I1 ਦੇ ਵਿੱਚੋਂ ਗੈਲਵੇਨੋਮੀਟਰ ਵਾਲੇ ਪਾਸੇ ਕਰੰਟ IG ਚਲਾ ਗਿਆ। ਤੁਸੀਂ ਭਾਵੇਂ ਇਹਨੂੰ ਨਾਮ I1 I2 I3 ਇਸ ਵੇ ਨਾਲ ਵੀ ਦੇ ਸਕਦੇ ਹੋ, ठीक है। गैल्वेनोमीटर वाले करंट ਨੂੰ ਅਸੀਂ IG ਕਹਿ ਰਹੇ ਆ ਔਰ ਜਿਹੜਾ ਬਾਕੀ ਦਾ ਬਚਿਆ ਕਰੰਟ ਆ I1 IG, ठीक है। I1 IG ਇਹ ਕਰੰਟ ਮੇਰੇ ਕੋਲ ਐਸਐਚ ਕਰਨਾ ਜੀ Q ਆਰਮ ਚ ਚਲਾ ਗਿਆ। ਜੇ ਇਥੋਂ ਜੰਕਸ਼ਨ ਤੋਂ ਕਰੰਟ I ਐਂਟਰ ਹੋਇਆ ਤੇ B ਪੁਆਇੰਟ C ਪੁਆਇੰਟ ਤੋਂ I ਕਰੰਟ ਹੀ ਬਾਹਰ ਨਿਕਲਣਾ ਚਾਹੀਦਾ। हाँ जी बच्चे, सो जिन्ना करंट इस जंक्शन तो एंटर करना वा ते उन्ना ही करंट इस जंक्शन तो बाहर निकलना चाहिए। ਉਹਦੇ ਲਈ ਅਸੀਂ ਕਿਹਾ ਸੀਗਾ ਕਿ ਵੀ ਜੇ ਇਧਰੋਂ ਕਰੰਟ ਲਈਏ, ਜਦੋਂ ਹੁਣ ਆ ਕੀ ਅਸੀਂ ਟੈਪਿੰਗ ਕੀ ਪ੍ਰੈਸ ਕੀਤੀ ਹੋਏਗੀ ਨਾ, ਜਦੋਂ ਟੈਪਿੰਗ ਕੀ ਪ੍ਰੈਸ ਕੀਤੀ ਹੋਵੇ ਤਾਂ ਇਸ ਆਰਮ ਚ IG ਕਰੰਟ ਫਲੋ ਕਰਕੇ ਇੱਥੇ D ਪੁਆਇੰਟ ਵੱਲ ਆਣਾ, ਇਧਰੋਂ A ਤੋਂ ਜਿਹੜਾ I I1 ਫਲੋ ਕਰਕੇ ਇਸ ਪੁਆਇੰਟ ਤੇ ਆਣਾ ਤੇ ਇਸ ਪੁਆਇੰਟ ਤੇ ਜਿਹੜਾ ਕਰੰਟ ਇਕੱਠਾ ਹੋ ਗਿਆ ਉਹ ਮੇਰੇ ਕੋਲ ਆ ਗਿਆ I I1 प्लस IG। यानी इस आर्म ने करंट I I1 दिता, इस आर्म ने करंट IG दिता ते मिक्स होके इधर नु करंट I I1 प्लस IG जाओ। हुन इधरों करंट जेड़ा फ्लो करके I I1 प्लस IG जा रहा और ऊपरों करंट I1 IG आ रहा ते जदों दोने करंट नु तुसी C पॉइंट ते इकट्ठा करोगे ते इधरों जे चेक करो I1 प्लस दा इथे I1 माइनस दा कैंसिल हो जाना, IG IG प्लस कैंसिल हो जाना, इमा टोटल करंट C पॉइंट ते जेड़ा वो I एंपियर रह जाएगा। इसलिए इस आर्म तो जेड़ा करंट बाहर निकलना वा वो वापस मेरा I एंपियर है। I एंटर होया सी ते I एंपियर दी बैटरी ते नेगेटिव ਨੂੰ ਅਸੀਂ ਵਾਪਸ ਮੋੜਨਾ और आ की उस मूवमेंट ਤੇ ਸਾਡੀ ਪ੍ਰੈਸ ਕੀਤੀ ਹੋਏਗੀ। मतलब ਸ਼ੁਰੂ ਚ ਕੀ ਪਹਿਲਾਂ ਪ੍ਰੈਸ ਕਰਾਂਗੇ ਫਿਰ ਆਪਾਂ ਕਰੰਟ ਪਾਸ ਕਰਾਂਗੇ। ਪਹਿਲਾਂ A1 ਕੀ ਪ੍ਰੈਸ ਕੀਤੀ
फिर टैपिंग की K2 प्रेस करांगे तो इस वे ना सर्किट च करंट दी कौन डिस्ट्रीब्यूशन चलाने लगे मन दे दो बिल्कुल आवाज बंद करो अपना माइक बंद करो जे किसी का कोई डाउट है तो बोलो बेटा एक बार पहले डिस्ट्रीब्यूशन ऑफ करंट दे विच जे किसी को कोई चीज नहीं समझ लगी ते वो एक बार पहले दस दियो क्या डिस्ट्रीब्यूशन क्लियर है सारे नु हां जी सर ओके सक्षम हां जी सर तेरे समझन वाला पिया सी पेंडिंग है वाला सर एक बार दोबारा समझदा सीगा तां करके ज्वाइन कर लिया अच्छा चलो हां हाँ जी इना क्लियर है तो मैं करा कंटिन्यू बेटा क्लियर है जी हां जी सर चल हुन इसे कंडीशन ਨੂੰ ਪ੍ਰੂਵ ਕਰਨ ਲਈ ਠੀਕ ਹੈ ਜਿਹੜਾ ਆਪਾਂ ਕਰਦੇ ਪਏ ਆ ਇਹਦੇ ਵਿੱਚ ਤੁਸੀਂ ਕੀ ਕਰਨਾ ਕਿਰਚਫ ਦਾ ਸੈਕੰਡ ਲਾਅ ਜਿਹੜਾ ਸੀਗਾ ਠੀਕ ਹੈ ਦੱਸਿਆ ਉਸ ਚੀਜ਼ ਨੂੰ ਅਪਲਾਈ ਕਰਨਾ ਤੇ ਕਿਰਚਫ ਦਾ ਸੈਕੰਡ ਲਾਅ ਆ ਦੱਸਿਆ ਸੀ ਸਮੇਸ਼ਨ E ਸਮੇਸ਼ਨ IR ਇਹਦਾ ਮਤਲਬ ਆਪਾਂ ਇਹ ਕੱਢਿਆ ਸੀਗਾ ਕਿ ਜਿਹੜਾ ਵੀ ਤੁਸੀਂ ਕੋਈ ਇੱਕ ਕਲੋਜ਼ ਸਰਕਟ ਲੈਣਾ ਉਸ ਕਲੋਜ਼ ਸਰਕਟ ਦੇ ਅੰਦਰ ਜਿੰਨੀਆਂ ਬੈਟਰੀ ਲੱਗੀਆਂ ਉਹਨਾਂ ਸਾਰਿਆਂ ਦੀ ਵੋਲਟੇਜ ਦੀ ਸਮ ਕਰਾਂਗੇ ਤੇ ਦੂਜੇ ਪਾਸੇ ਉਸ ਸਰਕਟ 'ਚ ਜਿੰਨੀਆਂ ਰੈਜ਼ਿਸਟਰ ਆਈਆਂ ਉਹਨਾਂ 'ਚ IR ਦੀ ਵੈਲਿਊ ਦੀ ਸਮ ਕਰਾਂਗੇ मतलब कि आप एक क्लोज लूप लैन लगे ठीक है जी नाम ਉਹਦਾ ਹੋਏਗਾ A B D A ठीक है यानी ਜਿਹੜੇ ਟਰਮੀਨਲ ਤੋਂ ਚੱਲਿਆ ਉਸੇ ਟਰਮੀਨਲ ਤੇ ਅਸੀਂ ਜਦੋਂ ਵਾਪਸ ਆਣਾ ਤੇ ਇਹ ਆਪਣੇ ਆਪ ਚ ਇੱਕ ক্লোਜ਼ ਪਾਥ ਬਣੇਗਾ ਇਸ ক্লোਜ਼ ਪਾਥ ਦੇ ਅੰਦਰ ਜਿੰਨੀਆਂ ਬੈਟਰੀ ਲੱਗੀਆਂ ਤੇ ਜਿੰਨੀਆਂ ਉਸ ਸਰਕਟ ਦੇ ਅੰਦਰ ਰੈਜ਼ਿਸਟਰ ਲੱਗੀਆਂ ਉਹਨਾਂ ਸਾਰਿਆਂ ਦੇ ਕ੍ਰਾਸ ਆ ਕੰਡੀਸ਼ਨ ਲਾਣੀ ਹੁਣ ਜਿਹੜਾ ਲੂਪ ਤੁਸੀਂ A B D A ਲਿੱਤਾ ਇਸ ਲੂਪ ਦੇ ਅੰਦਰ ਕੋਈ ਬੈਟਰੀ ਨਹੀਂ ਹੈਗੀ ਤੇ ਜੇ ਬੈਟਰੀ ਨਹੀਂ ਹੈਗੀ ਤਾਂ ਸਮੇਸ਼ਨ E ਵਾਲੀ ਸਾਈਡ ਤੇ 0 ਆ ਜਾਏਗਾ ठीक है और उस तो बाद अपना IR ਦੀ ਵੈਲਿਊ ਲੈਂਦੇ ਚੱਲਣੀ ਆ ਠੀਕ ਹੈ ਜੀ ਜਦੋਂ A ਤੋਂ ਆਪਾਂ B ਵੱਲ ਚੱਲੇ A ਤੋਂ B ਜਾਣਾ B ਤੋਂ D ਜਾਣਾ D ਤੋਂ A ਆਣਾ ਜਦੋਂ ਆਪਾਂ A ਤੋਂ B ਚੱਲੇ ਤੇ I1 ਕਰੰਟ ਆ ਤੇ P ਰੈਜ਼ਿਸਟੈਂਸ ਆ I into R ਬਣਾਣਾ ਇੱਥੇ I ਦੀ ਥਾਂ ਤੇ I1 ਆ ਤੇ R ਦੀ ਥਾਂ ਤੇ ਰੈਜ਼ਿਸਟਰ ਦਾ ਨਾਮ P ਹੈਗਾ यानी I1 into P आ जाएगा और ये प्लस ਦਾ ਆਣਾ ਕਿ ਮਾਈਨਸ ਕੋ ਕਿਆ ਸੀ ਇਸ ਚੀਜ਼ ਨਾਲ ਚੈੱਕ ਕਰੋ ਕਿ ਵੀ ਤੁਸੀਂ ਜਿਸ ਸਾਈਡ ਨੂੰ ਚੱਲਦੇ ਪਏ ਕਿ ਕਰੰਟ ਦੀ ਡਾਇਰੈਕਸ਼ਨ ਵੀ ਹੋ ਰਹੀ ਆ ਇਹ ਕਰੰਟ ਉਸ ਤੋਂ ਰਿਵਰਸ ਆਂਦਾ ਪਿਆ ਇਸ ਵੇਲੇ ਆਪਾਂ ਜਦੋਂ A ਤੋਂ B ਵੱਲ ਚੱਲਦੇ ਪਏ ਠੀਕ ਹੈ ਜੀ ਤੇ ਕਰੰਟ ਵੀ A ਤੋਂ B ਜਾਂਦਾ ਪਿਆ ਇਸ ਲਈ I1 into P ਦੀ ਵੈਲਿਊ ਪੋਜ਼ਿਟਿਵ ਆ ਉਸ ਤੋਂ ਬਾਅਦ ਆਪਾਂ ਚੱਲੇ ਇਹਦੇ ਅਕੋਰਡਿੰਗਲੀ B ਤੋਂ D ਵੱਲ ਨੂੰ ਜਦੋਂ B ਤੋਂ D ਵੱਲ ਚੱਲੇ ਕਰੰਟ ਵੀ ਡਾਊਨ ਚੱਲਦਾ ਪਿਆ ਇਸ ਲਈ ਇੱਥੇ ਜੇ IR ਲਿਖਣਾ ਹੋਏਗਾ ਉਹ ਆ ਜਾਏਗਾ ਜੀ ਪਲੱਸ IG into G ਤੇ ਜਦੋਂ ਆਪਾਂ D ਤੋਂ A ਵੱਲ ਚੱਲੇ ਤੇ ਕਰੰਟ ਚੱਲਿਆ A ਤੋਂ D ਵੱਲ ਇਹਦਾ ਮਤਲਬ ਇਸ ਰੈਜ਼ਿਸਟਰ ਦੇ ਵਿੱਚ ਜਿਹੜੀ IR ਦੀ ਵੈਲਿਊ ਹੋਏਗੀ ਉਹ ਮਾਈਨਸ ਆਏਗੀ ਯਾਨੀ ਮਾਈਨਸ ਆਫ I minus I1 into R ਇਕੁਏਸ਼ਨ 1 ਆਪਣੀ ਬਣ ਗਈ ਜੇ ਇਹਨਾਂ ਕਲੀਅਰ ਹੈ ਤਾਂ ਬੋਲੋ ਜੀ ਜੇ ਇਹ ਚ ਡਾਊਟ ਹੈ ਤਾਂ ਦੱਸੋ ਫਿਰ ਯੈਸ ਸਰ ਕਲੀਅਰ ਹੈ ਸਰ ਚਲ ਹੁਣ ਇਦਾਂ ਹੀ ਤੁਸੀਂ ਸੈਕਿੰਡ ਲੂਪ ਲਓਗੇ ਸੈਕਿੰਡ ਲੂਪ ਦਾ ਨਾਮ ਆਪਾਂ ਇਤੋਂ ਰੱਖਣ ਲੱਗੇ B C D B ਭਾਵੇਂ ਇਦਾਂ ਬੋਲ ਦਿੰਦੇ B D C B ठीक है जी जेडे मर्जी वे ना आपा लूप का नाम रख देता B C D B ਹੁਣ ਜਿਹੜਾ ਸੈਕਿੰਡ ਲੂਪ ਲਿੱਤਾ ਵਾ ਜੇ ਮੈਂ ਇਹਦੇ ਵਿੱਚ ਵੀ ਚੱਲਾਂ ਤੇ ਇਸ ਲੂਪ ਦੇ ਅੰਦਰ ਵੀ ਮੇਰੇ ਕੋਲ ਐਸ ਐਚ ਬੈਟਰੀ ਕੋਈ ਨਹੀਂ ਆਈ ਇਸ ਲਈ ਇਹਦੇ ਸਮੇਸ਼ਨ E ਵਾਲੀ ਸਾਈਡ 0 ਉਸ ਤੋਂ ਬਾਅਦ ਆਪਾਂ ਹੁਣ B ਤੋਂ C ਵੱਲ ਜਾਣੇ ਪਏ I1 IG ਕਰੰਟ ਤੇ Q ਇਹਦੀ ਰੈਜ਼ਿਸਟੈਂਸ ਆ ਇੱਥੇ ਟਰਮ ਬਣ ਗਈ I1 IG Q और करंट ਉਸੇ ਪਾਸੇ ਨੂੰ ਗਿਆ ਜਿੱਧਰ ਤੁਸੀਂ ਗਏ ਹੋ ਯਾਨੀ ਕਰੰਟ ਵੀ B ਤੋਂ C ਗਿਆ ਤੇ ਆਪਾਂ ਵੀ B ਤੋਂ C ਗਏ इसलिए टर्म प्लस ਦੇ ਵਿੱਚ ਉਸ ਤੋਂ ਬਾਅਦ ਆਪਾਂ ਚੱਲੇ C ਤੋਂ D ਵੱਲ ਨੂੰ ਠੀਕ ਹੈ ਪਰ ਕਰੰਟ ਚੱਲਦਾ ਪਿਆ D ਤੋਂ C ਵੱਲ ਯਾਨੀ ਇੱਥੇ ਮਾਈਨਸ ਦੀ ਟਰਮ ਬਣੇਗੀ ਆਪਣੀ ਟਰਮ ਆ ਜਾਏਗੀ ਮਾਈਨਸ ਆਫ I minus I1 plus IG into कहना जी S और ये टर्म अपनी माइनस आ जाए उस तो बाद ਆਪਾਂ ਚੱਲੇ हाँ जी बोलो सर आप लूप स्टडी करनी स्टार्ट करनी हो जिथे मर्जी स्टार्ट कर सकते जिधरों मर्जी कोई हार्ड एंड फास्ट नहीं ਤੁਸੀਂ न्यूमेरिकल कर लगे लूप कितों भी स्टार्ट कर सकते ठीक है और थर्ड अपने को हम कंडीशन आ गई ਆਪਾਂ ਜਾਣੇ ਪਏ D ਤੋਂ B ਵੱਲ ਨੂੰ करंट आ रहा B ਤੋਂ D ਵੱਲ ਨੂੰ ਇਸ ਲਈ ਰਿਵਰਸ ਕੰਡੀਸ਼ਨ ਚ ਤੇ ਇੱਥੇ ਟਰਮ ਆ ਜਾਏਗੀ -IG G क्या दोनों इक्वेशन क्लियर है यस सर
ਇਸ ਤੋਂ ਬਾਅਦ Yes, sir. ਹੁਣ ਅਸੀਂ ਕੰਡੀਸ਼ਨ ਕੀ ਬਣਾਣੀ ਆ, ਆਪਾਂ ਕਿਹਾ ਸੀਗਾ ਜਦੋਂ ਅਸੀਂ ਇੱਥੇ ਹੁਣ r ਚੇਂਜ ਕਰੀ ਚੱਲਾਂਗੇ ਤੇ r ਦੇ ਚੇਂਜ ਕਰਨ ਨਾਲ ਕੀ ਹੋਏਗਾ, ਇਸ ਆਰਮ ਦਾ ਪੋਟੈਂਸ਼ੀਅਲ ਚੇਂਜ ਹੋਈ ਹੈ ਨਾ, ਪੋਟੈਂਸ਼ੀਅਲ ਡਿਫਰੈਂਸ ਚੇਂਜ ਹੋਈ ਹੈ ਨਾ। ਪਰ ਇੱਕ ਸਟੇਜ ਇਦਾਂ ਦੀ ਆ ਜਾਏਗੀ r ਦੀ ਵੈਲਿਊ ਨਾ ਕਿ ਗੈਲਵੇਨੋਮੀਟਰ ਦੀ ਜਿਹੜਾ ਕਰੰਟ ਆ 0 ਹੋ ਜਾਏਗਾ। ਮਤਲਬ ਇਸ ਆਰਮ ਦੇ ਵਿੱਚ ਕਰੰਟ ਜਿਹੜਾ ਵਾ ਉਹ ਆਣਾ ਬੰਦ ਹੋ ਜਾਏਗਾ। ਇਸ ਆਰਮ 'ਚ ਜਦੋਂ ਕਰੰਟ ਆਣਾ ਬੰਦ ਹੁੰਦਾ, ਇਹਦਾ ਮਤਲਬ ਹੋ ਗਿਆ ਕਿ ਟਰਮੀਨਲ B ਤੇ ਟਰਮੀਨਲ D ਇਹ ਦੋਨਾਂ ਦਾ ਪੋਟੈਂਸ਼ੀਅਲ ਆਪਸ 'ਚ ਸੇਮ ਹੋ ਜਾਊਗਾ। ਕਿਉਂਕਿ ਜੇ ਕਿਸੇ ਵੀ ਮੂਵਮੈਂਟ ਤੇ ਕਿਸੇ ਆਰਮ 'ਚ ਕਰੰਟ ਫਲੋ ਕਰੇਗਾ, ਜੇ ਆ ਮੇਰੀ ਫਿੰਗਰ 'ਚ ਕਰੰਟ ਫਲੋ ਕਰਨਾ ਤੇ ਇਹਦਾ ਆ ਐਂਡ ਤੇ ਆ ਐਂਡ ਇਹਦੇ ਵਿੱਚ ਪੋਟੈਂਸ਼ੀਅਲ ਦਾ ਡਿਫਰੈਂਸ ਹੋਣਾ ਚਾਹੀਦਾ। ਤੇ ਜੇ ਇਹਦੇ ਵਿੱਚ ਚਾਰਜ ਦਾ ਫਲੋ ਬੰਦ ਹੋ ਗਿਆ ਤੇ ਮਤਲਬ ਇਹਦੇ ਦੋਨੋਂ ਟਰਮੀਨਲ ਸੇਮ ਪੋਟੈਂਸ਼ੀਅਲ ਦੇ ਆ। ਇੱਕ ਪਾਈਪ 'ਚ ਪਾਣੀ ਉਦੋਂ ਤੱਕ ਫਲੋ ਕਰੇਗਾ ਜਦੋਂ ਤੱਕ ਪ੍ਰੈਸ਼ਰ ਦਾ ਡਿਫਰੈਂਸ ਹੋਏਗਾ, ਤੇ ਜੇ ਦੋਨਾਂ ਐਂਡ ਤੇ ਪ੍ਰੈਸ਼ਰ ਸੇਮ ਹੋ ਗਿਆ ਤੇ ਪਾਣੀ ਦਾ ਫਲੋ ਬੰਦ ਹੋ ਜਾਏਗਾ। ਇਨ ਦਾ ਸਿਮਿਲਰ ਵੇ R ਨੂੰ ਚੇਂਜ ਕਰਕੇ ਤੁਸੀਂ D ਪੁਆਇੰਟ ਦਾ ਪੋਟੈਂਸ਼ੀਅਲ ਚੇਂਜ ਕਰੀ ਚੱਲੋਗੇ। ਪਰ ਇੱਕ ਸਟੇਜ ਆ ਜਾਏਗੀ ਜਦੋਂ B ਔਰ D ਸੇਮ ਪੋਟੈਂਸ਼ੀਅਲ ਤੇ ਆ ਜਾਂਦੇ। ਜਦੋਂ ਉਹ ਕੰਡੀਸ਼ਨ ਬਣੇਗੀ ਤਾਂ ਗੈਲਵੇਨੋਮੀਟਰ ਦੀ ਡਿਫਲੈਕਸ਼ਨ 0 ਹੋ ਗਈ, ਮਤਲਬ ਉਦੋਂ IG ਦੀ ਵੈਲਿਊ 0 ਹੋ ਗਈ। ਪਰ IG ਦੇ 0 ਹੋਣ ਕਰਕੇ ਕੀ ਹੋਇਆ, ਜਿਹੜਾ ਕਰੰਟ B ਤੇ ਆ ਕੇ ਦੋ ਪਾਰਟ 'ਚ ਡਿਵਾਈਡ ਹੁੰਦਾ ਪਿਆ ਸੀਗਾ, ਠੀਕ ਹੈ, ਇਸ ਆਰਮ ਤੇ ਇਸ ਆਰਮ 'ਚ ਜਾ ਰਿਹਾ ਸੀ। ਹੁਣ ਇਸ ਆਰਮ 'ਚ ਕਰੰਟ ਜਦੋਂ ਜਾਣਾ ਬੰਦ ਹੋ ਗਿਆ ਤੇ ਇਧਰੋਂ P ਵਾਲਾ ਸਾਰਾ ਹੀ ਕਰੰਟ ਯਾਨੀ I1 ਇੱਥੇ ਆ ਕੇ ਡਿਵਾਈਡ ਨਹੀਂ ਹੋਣਾ, ਉਹ ਸਾਰੇ ਦਾ ਸਾਰਾ ਕਰੰਟ SH Q ਕੋਲ ਚਲੇ ਜਾਣਾ। यानी फिर P रेजिस्टर ते Q रेजिस्टर ये दोनों की दोनों मेरियां सीरीज च आजू और इधरों करंट कोई नहीं थल्ले आया, इसलिए R वाला करंट जेड़ा वा ओही करंट S नु जाना, यानी इधरों आ दो रेजिस्टर आपस में सीरीज च आजूगियां, ठीक है जी, और इधरों आ दो रेजिस्टर आपस सीरीज च आजू। ਇਹਨਾਂ ਦੀ ਦੋਨਾਂ ਦੀ ਇੱਕ ਤੇ ਇਹਨਾਂ ਦੋਨਾਂ ਦੀ ਇੱਕ ਆਪਸ ਵਿੱਚ ਫਿਰ ਪੈਰਲਲ ਚ ਜੋੜ ਕੇ ਫਾਈਨਲ ਰੈਜ਼ਿਸਟਰ ਨਿਕਲਦੀ ਹੈ ਜਦੋਂ ਨੂਮੈਰੀਕਲ ਕਰਾਂਗੇ। ਪਰ ਇਸ ਮੂਵਮੈਂਟ ਤੇ ਉਹਦਾ ਮਤਲਬ ਇਹ ਹੋਏਗਾ ਕਿ ਜਦੋਂ R ਚੇਂਜ ਕਰਦੇ ਜਾਵਾਂਗੇ ਤੁਸੀਂ ਕਹਿੰਦੇ ਜੀ ਗੈਲਵੇਨੋਮੀਟਰ ਦੀ ਡਿਫਲੈਕਸ਼ਨ 0 ਹੋਗੀ। ਇਹ ਸਾਰੇ ਵਰਡ ਤੁਸੀਂ ਥਿਊਰੀ ਵਾਈਜ਼ ਲਿਖਣੇ ਆ। ਆ ਦੋ ਇਕੁਏਸ਼ਨਾਂ ਬਣਾਉਣ ਤੋਂ ਬਾਅਦ ਅਸੀਂ ਨੈਕਸਟ ਲਾਈਨ ਚ ਲਿਖਦੇ ਆ, the value of R is adjusted in such a way that the galvanometer gives us 0 deflection. And when the galvanometer gives the 0 deflection, put IG equal to 0. Put IG equal to 0 in equation 1 and 2. ਤੇ ਇਹਨਾਂ ਦੋਨਾਂ ਇਕੁਏਸ਼ਨ ਚ ਕਹਿੰਦਾ ਕਿ ਐਸ ਐਚ IG ਨੂੰ 0 ਭਰ ਦੇ। IG ਦੇ 0 ਭਰਨਾ ਆ ਵਾਲੀ ਟਰਮ, ਠੀਕ ਹੈ ਜੀ, ਇੱਥੇ ਟਰਮ ਤੇ ਇੱਥੇ ਟਰਮ ਆ ਮੇਰੀਆਂ 0 ਹੋ ਜਾਣੀਆਂ, ਬਾਕੀ ਟਰਮ ਨੂੰ ਰੀਅਰੇਂਜ ਕਰਕੇ ਲਿਖ ਦੇ ਤੇ ਆਪਣੀ ਇਕੁਏਸ਼ਨ ਆ ਜਾਏਗੀ 0 equal to I1P माइनस आ जाएगा I माइनस I1 into R, और ਇਹਦੇ ਤੋਂ ਆ ਟਰਮ ਮਾਈਨਸ ਵਾਲੀ ਇੱਧਰ ਲੈ ਚੱਲਦੇ, ਆਪਣੀ ਟਰਮ ਬਣ ਗਈ I1P equal to I minus I1 into R। ਆ ਮੇਰੀ ਇਕੁਏਸ਼ਨ ਨੰਬਰ 3 ਆ। ਇਹਦੀ ਇਹ ਚ ਪੁੱਟ ਅਪ ਕਰੋ, ਇੱਥੇ IG ਤੇ ਆ ਟਰਮ 0 ਕਰਕੇ ਇੱਥੇ ਟਰਮ ਬਚ ਗਈ ਮੇਰੀ 0 equal to I1Q minus of I minus I1 into S। ਇਹਦਾ ਮਤਲਬ ਹੋ ਗਿਆ I1Q equal to I minus I1 into S। ਆ ਮੇਰੀ ਇਕੁਏਸ਼ਨ 4 ਆ ਜੂ। ਹੁਣ ਇਕੁਏਸ਼ਨ 3 ਤੇ ਇਕੁਏਸ਼ਨ 4 ਨੂੰ ਕਰ ਦੋ ਡਿਵਾਈਡ 3 by 4, ठीक है जी। डिवाइड करा तो मेरे को टर्म आ जाएगी I1P over I1Q इक्वल टू आ जाएगा I minus I1 into R over I minus I1 into S। आ टर्म आपस में जी कैंसिल हो जानी ते अपना रिजल्ट आ जाएगा P by Q इक्वल टू R by S। आ मेरे को रेशियो प्रूव हो जू, और इस रेशियो के अंदर आप डिफाइन किया सीगा कि P ते Q नोन वैल्यू रेजिस्टर आ, शुरू तो इसकी वैल्यू नोन आ, R तुसी सर्किट च चेंज करके सेट आप कीती है, ठीक है, इसलिए R दी वैल्यू नोन होएगी तो फिर S जेडी अननोन रेजिस्टर आ ओदी वैल्यू कैलकुलेट कर सकते। क्या ये टॉपिक क्लियर है? हाँ जी सर। ਇਹ ਚ ਕਿਸੇ ਨੂੰ ਕੋਈ ਸਟੈਪ ਡਾਊਟਫੁਲ ਹੋਵੇ, ਨਹੀਂ ਸਮਝ ਲੱਗਿਆ ਹੋਵੇ ਤਾਂ ਇੱਕ ਵਾਰੀ ਬੋਲੋ ਜਲਦੀ ਜਲਦੀ ਸਾਰੇ ਨੇ। फोर्थ इक्वेशन ਹਾਂਜੀ ਗੁਰਲੀਨ ਕੀ ਕਿਹਾ? फोर्थ इक्वेशन कुछ भी नहीं पुੱਤ, ਆਪਾਂ ਇਸ ਇਕੁਏਸ਼ਨ ਨੰਬਰ 2 ਦੇ ਅੰਦਰ ਜਿੱਥੇ ਜਿੱਥੇ IG ਲਿਖਿਆ ਹੋਇਆ डायग्राम तो ਹਾਂ डायग्राम तो समझा दो। ਡਾਇਗਰਾਮ ਤੋਂ ਆਪਾਂ ਆ ਕੰਡੀਸ਼ਨ ਗਈ ਨਾ ਬੇਟੇ ਕਿ ਜਦੋਂ ਤੁਸੀਂ ਗੈਲਵੇਨੋਮੀਟਰ ਦੇ ਅਕ੍ਰੋਸ ਜਿਹੜੀ ਆ ਡਿਫਲੈਕਸ਼ਨ 0 ਲਿਆਉਂਗੇ
ਤੇ ਉਸ ਮੂਵਮੈਂਟ ਦੇ ਸਰਕਟ ਚ ਕਹਿੰਦਾ ਜੀ ਕੀ ਹੋਇਆ ਸੀ, ਕਹਿੰਦਾ ਜੀ IG 0 ਹੋ ਗਿਆ। IG ਨੂੰ 0 ਭਰ ਕੇ ਆਪਾਂ ਇਸ ਇਕੁਏਸ਼ਨ ਦੇ ਅੰਦਰ ਇਹ ਕਿਹਾ ਸੀ ਕਿ B ਤੋਂ D ਵਾਲੀ ਆਰਮ ਚ ਕਰੰਟ ਆਣਾ ਬੰਦ ਹੋ ਜਾਣਾ, ਤੇ ਜਦੋਂ B ਤੋਂ D ਵਾਲੀ ਆਰਮ ਚ ਕਰੰਟ ਬੰਦ ਹੋ ਜਾਏਗਾ ਉਦੋਂ ਉਹ ਕਹਿੰਦਾ ਵੀਟਸਟੋਨ ਬ੍ਰਿਜ ਬੈਲੈਂਸ ਹੋ ਚੁੱਕਾ ਹੁੰਦਾ। ਤੇ ਜਦੋਂ ਬੈਲੈਂਸ ਹੋ ਚੁੱਕਾ ਉਦੋਂ ਆਹ ਕੰਡੀਸ਼ਨ ਪ੍ਰੂਵ ਹੋਣੀ ਚਾਹੀਦੀ ਹੈ। ਤੇ ਆਪਾਂ ਮੈਥਮੈਟਿਕਲੀ ਇਸ ਕੰਡੀਸ਼ਨ ਨੂੰ ਪ੍ਰੂਵ ਕਰਨ ਲਈ ਕੀ ਕੀਤਾ, ਫਿਰ IG ਦੀ ਵੈਲਿਊ ਇਕੁਏਸ਼ਨ 1 ਤੇ ਇਕੁਏਸ਼ਨ 2 ਦੋਨਾਂ ਚ ਕਹਿੰਦਾ ਜੀ ਉਹਨੂੰ 0 ਪੁੱਟ ਅਪ ਕਰ ਦੇ। ਆਪਾਂ ਇਕੁਏਸ਼ਨ 1 ਚ ਜਿੱਥੇ ਜਿੱਥੇ IG ਆਇਆ ਉਹ ਸਾਰੀ ਟਰਮ, ਤੇ ਇਕੁਏਸ਼ਨ 2 ਚ ਜਿੱਥੇ ਜਿੱਥੇ IG ਆ ਉਹ ਸਾਰੇ ਨੂੰ 0 ਕਰ ਦਿੱਤਾ। ਤੇ ਇਕੁਏਸ਼ਨ ਮੁੜ ਕੇ ਰੀਰਾਈਟ ਕਰ ਦੋ ਤੇ ਮੇਰੀਆਂ ਆ ਦੋ ਇਕੁਏਸ਼ਨ ਬਣੀਆਂ। ਇਹਨਾਂ ਨੂੰ ਰੀਅਰੇਂਜ ਕਰਾਂ ਤੇ ਮੇਰੇ ਕੋਲ ਆ ਇਕੁਏਸ਼ਨ ਆ ਗਈਆਂ। ਡਿਵਾਈਡ ਕਰਾਂ ਤੇ ਮੇਰੇ ਕੋਲ ਇਹਨਾਂ ਚ ਕਾਮਨ ਟਰਮ I1 ਇਧਰੋਂ ਤੇ ਇਧਰੋਂ I - I1 ਨੂੰ ਕੈਨਸਲ ਹੋ ਜਾਣਾ। ਕਲੀਅਰ ਆ? ਹਾਂਜੀ ਸਰ ਕਲੀਅਰ ਆ। ਹੋਰ ਕਿਸੇ ਦਾ ਕੋਈ ਡਾਊਟ ਹੈ ਇੱਕ ਵਾਰੀ ਬੋਲੋ। ਸਰ ਆਪਾਂ IG ਨੂੰ 0 ਕਿਉਂ ਕੰਸੀਡਰ ਕਰਨਾ ਆ? IG ਨੂੰ 0 ਨਹੀਂ ਕੰਸੀਡਰ ਕੀਤਾ, ਅਸੀਂ ਇਹ ਕਿਹਾ ਕਿ ਗੈਲਵੇਨੋਮੀਟਰ ਦੇ ਅਕ੍ਰੋਸ ਕੀ ਹੁੰਦਾ, R ਦੇ ਚੇਂਜ ਕਰਨ ਨਾਲ, ਜਿੱਦਾਂ ਜਿੱਦਾਂ ਮੈਂ ਇਧਰੋਂ R ਚੇਂਜ ਕਰਾਂਗਾ ਤੇ ਇਸ ਟਰਮ ਚ ਬਣਨ ਵਾਲੀ ਜਿਹੜੀ I - I1 into R ਆ, ਜੇ ਇੱਥੇ R ਦੀ ਵੈਲਿਊ 1 ਵਾ, ਜੇ ਤੇ R ਦੀ ਵੈਲਿਊ 2 ਹੋ ਜੇ, 3 ਹੋ ਜੇ, 4 ਹੋ ਜੇ, ਤੇ ਉਹਦੇ ਕਰਕੇ ਕੀ ਹੋਏਗਾ, ਜਦੋਂ R ਇੱਥੇ ਚੇਂਜ ਕਰੂੰਗਾ ਤੇ ਆਹ ਟਰਮ ਚ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੋਏਗਾ, ਆ ਇੰਨੀ ਵੈਲਿਊ ਜਿਹੜੀ ਆ ਇਹ ਚੇਂਜ ਹੋਈ ਜਾ ਰਹੀ। ਪੋਟੈਂਸ਼ੀਅਲ ਡਿਫਰੈਂਸ ਦੇ ਚੇਂਜ ਹੋਣ ਦਾ ਮਤਲਬ ਆ ਕਿ D ਵਾਲੇ ਪੁਆਇੰਟ ਦਾ ਪੋਟੈਂਸ਼ੀਅਲ ਚੇਂਜ ਹੁੰਦਾ ਜਾ ਰਿਹਾ, ਔਰ D ਪੁਆਇੰਟ ਦਾ ਪੋਟੈਂਸ਼ੀਅਲ ਚੇਂਜ ਹੋਣ ਦਾ ਮਤਲਬ ਆ ਕਿ ਵੀ ਜਿਹੜਾ B ਤੇ D ਟਰਮੀਨਲ ਆ, ਜਿਹੜਾ ਮੇਰਾ B ਔਰ D ਟਰਮੀਨਲ ਆ, ਇਹਨਾਂ ਦੋਨਾਂ ਟਰਮੀਨਲ ਚ ਪੋਟੈਂਸ਼ੀਅਲ ਦਾ ਡਿਫਰੈਂਸ ਚੇਂਜ ਹੋ ਰਿਹਾ। ਔਰ ਜਦੋਂ ਚੇਂਜ ਹੁੰਦੇ ਹੁੰਦੇ ਇੱਕ ਸਟੇਜ ਇਦਾਂ ਦੀ ਆ ਗਈ ਕਿ ਵੀ B ਤੇ D ਦੋਨੋਂ ਸੇਮ ਪੋਟੈਂਸ਼ੀਅਲ ਦੇ ਆ ਗਏ, ਇਹਦਾ ਮਤਲਬ ਉਸ ਵੇਲੇ ਉਸ ਆਰਮ ਦੇ ਕ੍ਰਾਸ ਪੋਟੈਂਸ਼ੀਅਲ ਦਾ ਡਿਫਰੈਂਸ ਹੀ ਨਹੀਂ ਰਹੇਗਾ। ਤੇ ਜਦੋਂ ਪੋਟੈਂਸ਼ੀਅਲ ਡਿਫਰੈਂਸ 0 ਹੁੰਦਾ ਸੀ, ਕਹਿੰਦੇ ਜੀ ਤੁਹਾਡਾ ਡਿਵਾਈਸ ਬੈਲੈਂਸ ਕੰਡੀਸ਼ਨ 'ਚ ਪਿਆ। ਅਸੀਂ ਉਹਨੂੰ ਕਹਿੰਦੇ ਕਿ ਵੀ ਇਸ ਵੇਲੇ ਬੈਲੈਂਸ ਸਟੇਟ ਹੈ ਇਹਦੀ, ਤੇ ਬੈਲੈਂਸ ਸਟੇਟ ਦੇ ਅੰਦਰ P/Q ਤੇ R/S ਉਦੋਂ ਇਕੁਅਲ ਆਣੇ ਚਾਹੀਦੇ। ਕਲੀਅਰ ਹੈ? ਉਹ ਕਲੀਅਰ ਹੈ ਨਿਆਣਿਓ? ਹਾਂਜੀ ਸਰ। ਹਾਂਜੀ ਸਰ। ਚਲੋ ਕਰਾਂ ਕੰਟੀਨਿਊ। ਨੈਕਸਟ ਟਾਪਿਕ ਹੈਗਾ ਜਿਹੜਾ ਤੁਹਾਡੇ ਕੋਲ, ਟਾਪਿਕ ਦਾ ਨਾਮ ਹੈਗਾ ਤੁਹਾਡੇ ਕੋਲ ਮੀਟਰ ਬ੍ਰਿਜ। ਇੱਕ ਟਾਪਿਕ ਇਸ ਤੋਂ ਬਾਅਦ ਦਿੱਤਾ ਹੋਇਆ ਬੁੱਕ ਦੇ ਅੰਦਰ, ਟੈਂਪਰੇਚਰ ਮੇਜ਼ਰਮੈਂਟ ਯੂਜ਼ਿੰਗ ਵੀਟਸਟੋਨ ਬ੍ਰਿਜ। ਠੀਕ ਹੈ, ਤੇ ਟੈਂਪਰੇਚਰ ਮੇਜ਼ਰਮੈਂਟ ਯੂਜ਼ਿੰਗ ਵੀਟਸਟੋਨ ਬ੍ਰਿਜ ਸਿਲੇਬਸ ਨਹੀਂ ਹੈਗਾ। ਠੀਕ ਹੈ, ਜਿਹੜਾ ਉਹਦੇ ਨਾਲ ਰਿਲੇਟਡ ਟਾਪਿਕ ਆਪਣੇ ਕੋਲ ਹੈਗਾ ਉਹ ਹੈਗਾ ਜੀ ਆਪਣਾ ਵਾਲਾ ਮੀਟਰ ਬ੍ਰਿਜ, ਜਾਂ ਇਹਦਾ ਦੂਜਾ ਨਾਮ ਅਸੀਂ ਰੱਖਦੇ ਇਹਨੂੰ ਕਹਿੰਦੇ ਜੀ ਸਲਾਈਡ ਵਾਇਰ ਬ੍ਰਿਜ। ਬੇਸਿਕਲੀ ਜਿਹੜਾ ਟਾਪਿਕ ਹੁਣੀ ਆਪਾਂ ਕੀਤਾ ਬੇਟਾ ਵੀਟਸਟੋਨ ਬ੍ਰਿਜ, ਠੀਕ ਹੈ, ਜੇ ਮੈਂ ਇਹਨੂੰ ਪ੍ਰੈਕਟੀਕਲ ਚ ਕਰਨਾ ਵਾ, ਯਾਨੀ ਇਹਦਾ ਐਕਸਪੈਰੀਮੈਂਟ ਕਰਨਾ ਵਾ, ਤੇ ਇਹ ਸਾਰੇ ਦਾ ਸਾਰਾ ਅਰੇਂਜਮੈਂਟ ਇਦਾਂ ਮੈਨੂੰ ਕਿਤੇ ਨਹੀਂ ਲੱਗਿਆ ਦਿਖਦਾ। ਠੀਕ ਹੈ, ਇਹਦੇ ਕੋਰਸਪੋਂਡਿੰਗ ਇਹਦੇ ਇਕੁਇਵਲੈਂਟ ਜਿਹੜਾ ਸਰਕਟ ਹੋਏਗਾ, ਜਿਹੜਾ ਅਸੀਂ ਲੈਬ 'ਚ ਯੂਜ਼ ਕਰਾਂਗੇ, ਹਨਾ, ਉਸ ਡਿਵਾਈਸ ਨੂੰ ਅਸੀਂ ਨਾਮ ਦਿੰਦੇ ਉਹ ਮੀਟਰ ਬ੍ਰਿਜ ਜਾਂ ਸਲਾਈਡ ਵਾਇਰ ਬ੍ਰਿਜ। ਯਾਨੀ ਪ੍ਰੈਕਟੀਕਲ ਫਾਰਮ ਆਫ ਵੀਟਸਟੋਨ ਬ੍ਰਿਜ ਜਿਹੜੀ ਆ, ਹਨਾ, ਉਹਦਾ ਨਾਮ ਮੇਰੇ ਕੋਲ ਮੀਟਰ ਬ੍ਰਿਜ ਕਹਿੰਦੀ ਹੈ ਜਾਂ ਉਹਨੂੰ ਸਲਾਈਡ ਵਾਇਰ ਬ੍ਰਿਜ ਕਹਿੰਦੇ। ਤੇ ਉਸ ਸਰਕਟ ਦੇ ਅੰਦਰ ਹੋਏਗਾ ਕਿ ਇੱਕ ਐਸਾ ਜਿਹਾ ਆਪਣੇ ਕੋਲ ਜਿਹੜਾ ਵੁਡਨ ਕਹ ਲੋ ਕਿ ਵੀ ਲੱਕੜ ਦਾ ਇੱਕ ਮੇਰੇ ਕੋਲ ਜਿਹੜਾ ਵੁਡਨ ਪੀਸ ਹੋਏਗਾ ਬਹੁਤ ਵੱਡਾ, ਉਹਦੇ ਉੱਤੇ ਇੱਕ ਮੈਟਲ ਵਾਇਰ ਲੱਗੀ ਹੋਏਗੀ, ਨਾਲ ਉਹ 'ਚ ਕਾਪਰ ਦੀਆਂ ਸਟ੍ਰਿਪ ਲਾ ਕੇ ਇੱਕ ਅਰੇਂਜਮੈਂਟ ਸਾਰਾ ਬਣਿਆ ਹੋਇਆ। ਕੀ ਹੋਏਗਾ ਉਸ ਅਰੇਂਜਮੈਂਟ, ਉਹਦਾ ਇੱਥੇ ਸਰਕਟ ਬਣਾ ਰਿਹਾ, ਉਸ ਦੇ ਵਿੱਚ ਐਸਐਚ ਮੇਰੇ ਕੋਲ ਇਸ ਵੇ ਨਾਲ ਆਹ ਥਾਂ ਤੇ ਮੇਰੀਆਂ ਦੋ ਕਾਪਰ ਸਟ੍ਰਿਪ ਲੱਗੀਆਂ ਹੋਣੀਆਂ ਇਸ 7 ਸ਼ੇਪ ਦੇ ਅੰਦਰ, ਯਾਨੀ ਇਸ ਵੇ ਨਾਲ ਇਹਦੇ ਦੋਨਾਂ ਐਕਸਟ੍ਰੀਮ ਐਂਡ ਤੇ ਇਸ ਵੇ ਨਾਲ ਮੇਰੀ ਕਾਪਰ ਸਟ੍ਰਿਪ ਲੱਗੀਆਂ ਹੋਈਆਂ। ਇੱਕ ਇਹਨਾਂ ਦੋਨਾਂ ਦੇ ਸੈਂਟਰ ਦੇ ਵਿੱਚ ਇੱਕ ਇੱਥੇ ਕਾਪਰ ਸਟ੍ਰਿਪ ਲੱਗੀ ਹੁੰਦੀ। ਠੀਕ ਹੈ, ਤੇ ਆ ਜਿਹੜੇ ਮੇਰੇ ਦੋ ਗੈਪ ਬਣ ਗਏ, ਆ ਬੇਸਿਕਲੀ ਸਕਰੂ ਆ ਜਿਹੜੇ ਡਾਟ ਲਗਾ ਰਹੇ ਹਾਂ। ਠੀਕ ਹੈ, ਇਹਨਾਂ ਸਕਰੂ ਦੇ ਅਕ੍ਰੋਸ ਤੁਸੀਂ ਇੱਕ ਰੈਜ਼ਿਸਟਰ ਲਗਾਈ ਹੋਈ ਆ ਜਿਹਨੂੰ ਅਸੀਂ R ਵੈਲਿਊ ਕਹਿੰਦੇ, ਔਰ ਇਹਨਾਂ ਦੋਨਾਂ ਗੈਪ ਦੇ ਅਕ੍ਰੋਸ ਇਹਨੂੰ ਅਸੀਂ ਲੈਫਟ ਗੈਪ ਤੇ ਇਹਨੂੰ ਅਸੀਂ ਰਾਈਟ ਗੈਪ ਦੀ ਫਾਰਮ ਚ ਡਿਫਾਈਨ ਕਰ ਦਿੰਦੇ ਹੁੰਦੇ। ਔਰ ਇਸ ਰਾਈਟ ਗੈਪ ਦੇ ਅਕ੍ਰੋਸ ਮੇਰੇ ਕੋਲ ਇੱਕ ਐਸਐਚ ਉਹ ਮੈਟਲ ਪੀਸ ਆ ਜਿਹਦੀ ਅਨਨੋਨ ਰੈਜ਼ਿਸਟਰ ਅਸੀਂ ਜਦੋਂ ਇੱਥੇ ਕੈਲਕੂਲੇਟ ਕਰਦੇ ਸੀ, ਯਾਨੀ ਇੱਥੇ ਮੈਂ ਮੈਟਲ ਵਾਇਰ ਲਗਾਵਾਂਗਾ ਜਿਹਦੀ ਰੈਜ਼ਿਸਟੈਂਸ ਮੈਂ ਫਾਈਂਡ ਆਊਟ ਕਰਨੀ ਹੈ। ਤੇ R ਜਿੱਦਾਂ ਮੇਰਾ ਇੱਥੇ ਵੇਰੀਏਬਲ ਰੈਜ਼ਿਸਟਰ ਆ, ਉਦਾਂ ਹੀ ਇੱਥੇ R ਮੇਰਾ ਇੱਕ ਰੈਜ਼ਿਸਟੈਂਸ ਬਾਕਸ ਦੀ ਫਾਰਮ 'ਚ ਇੱਥੇ ਲੱਗਿਆ ਹੋਇਆ। ਠੀਕ ਹੈ, ਇੱਥੇ ਮੇਰੇ ਕੋਲ ਇੱਕ ਰੈਜ਼ਿਸਟਰ ਬਾਕਸ ਲੱਗਿਆ ਹੋਏਗਾ।
ਹੁਣ ਦੋ ਰੈਜ਼ਿਸਟਰ R ਤੇ S ਜਿਹੜੀਆਂ ਇੱਥੇ ਆ ਤੇ ਮੇਰੀਆਂ ਦੋਨੋਂ ਆ ਪੂਰੀਆਂ ਹੋ ਰਹੀਆਂ ਤੇ ਇਹਦੇ ਕੋਰਸਪੋਂਡਿੰਗ ਜਿਹੜੀ P ਤੇ Q ਰੈਜ਼ਿਸਟਰ ਹੈ ਇਹਨੂੰ ਆਪਾਂ ਕਿੱਥੇ ਐਕਸਪਲੇਨ ਕਰਨਾ ਉਹਦੇ ਲਈ ਕੀ ਕਰਾਂਗੇ ਆਪਾਂ ਕਹਿੰਦੇ ਜੀ ਇਸ ਇੱਥੇ ਇੱਕ ਕਾਮਨ ਸਕਰੂ ਹੋਏਗਾ ਠੀਕ ਹੈ ਕੁਝ ਨਾਮ ਦੇ ਦਿਓ ਇਹਨੂੰ ਠੀਕ ਹੈ ਜੀ ਇਸ ਪੁਆਇੰਟ ਤੋਂ ਆ D ਪੁਆਇੰਟ ਆ ਗਿਆ ਇਸ ਪੁਆਇੰਟ ਤੋਂ ਅਸੀਂ S ਚ ਨਾ ਇੱਕ ਗਲਵੈਨੋਮੀਟਰ ਵਾਇਰ ਦੇ ਥਰੂ ਅਟੈਚ ਕਰਾਂਗੇ ਜਿੱਦਾਂ ਆ ਗਲਵੈਨੋਮੀਟਰ ਲੱਗਾ ਹੋਇਆ ਔਰ ਗਲਵੈਨੋਮੀਟਰ ਦਾ ਸੈਕੰਡ ਐਂਡ ਜਿਹੜਾ ਫ੍ਰੀ ਐਂਡ ਹੋਏਗਾ ਇਹਨੂੰ ਇੱਕ ਐਸਐਚ ਕਹਿੰਦਾ ਜੀ ਤੁਸੀਂ ਜੌਕੀ ਨਾਲ ਅਟੈਚ ਕਰੋਗੇ ਇੱਕ ਨਵਾਂ ਵਰਡ ਆ ਤੁਹਾਡੇ ਲਈ ਅਸੀਂ ਕਹਿੰਦੇ ਜੀ ਕਿ ਜੌਕੀ ਦੇ ਨਾਲ ਅਟੈਚ ਕਰਾਂਗਾ ਬੇਸਿਕਲੀ ਜੌਕੀ ਇਹਦੇ ਵਿੱਚ ਕਿਹਨੂੰ ਕਹਿੰਦੇ ਆਪਾਂ ਜਿੱਦਾਂ ਆਪਣੇ ਕੋਲ ਪੈਨ ਟਾਈਪ ਜਿੱਦਾਂ ਸਕਰੂ ਡਰਾਈਵਰ ਹੁੰਦਾ ਪੇਚਕਸ ਜਿਹਨੂੰ ਕਹਿੰਦੇ ਆ ਉਸ ਟਾਈਪ ਦਾ ਸਕਰੂ ਡਰਾਈਵਰ ਟਾਈਪ ਦਾ ਮੇਰੇ ਕੋਲ ਐਸਐਚ ਕਹਿੰਦਾ ਜੀ ਇੱਕ ਅਰੇਂਜਮੈਂਟ ਆਏਗਾ ਇੱਕ ਪੀਸ ਹੋਏਗਾ ਮੇਰੇ ਕੋਲ ਜਿਹੜਾ ਇਨਸਟਰੂਮੈਂਟ ਹੋਏਗਾ ਉਹਦੇ ਉੱਪਰ ਇੱਕ ਐਸਐਚ ਇਦਾਂ ਕਰਕੇ ਮੇਰੇ ਕੋਲ ਜਿਹੜਾ ਸਕਰੂ ਲੱਗਿਆ ਹੋਇਆ ਅਸੀਂ ਉਹ ਸਕਰੂ ਖੋਲ ਕੇ ਇੱਥੇ ਉਹਦੀ ਵਾਇਰ ਰੈਪ ਕਰ ਦਿੰਨੇ ਯਾਨੀ ਆ ਗਲਵੈਨੋਮੀਟਰ ਤੋਂ ਜਿਹੜੀ ਵਾਇਰ ਆਏਗੀ ਆ ਵਾਇਰ ਅਟੈਚ ਕਰਕੇ ਇਸ ਪੈਨ ਦੇ ਇਸ ਸਿਰੇ ਦੇ ਨਾਲ ਅਸੀਂ ਉੱਤੇ ਇਸ ਵਾਇਰ ਨੂੰ ਲਪੇਟ ਦਿੱਤਾ ਠੀਕ ਹੈ ਤੇ ਆ ਇਹਦਾ ਦੂਜਾ ਐਂਡ ਜਿਹੜਾ ਹੋਏਗਾ ਇਹ ਜਿੱਦਾਂ ਸਕਰੂ ਡਰਾਈਵਰ ਦਾ ਲੋਅਰ ਐਂਡ ਸ਼ਾਰਪ ਹੁੰਦਾ ਉਦਾਂ ਹੀ ਇਹ ਲੋਅਰ ਐਂਡ ਦਾ ਸ਼ਾਰਪ ਹੋਏਗਾ ਤੇ ਆ ਮੇਰੇ ਐਸਐਚ ਹੱਥ ਜਿਹੜਾ ਇਹ ਮੈਟਲ ਵਾਇਰ ਆ ਪੂਰੇ ਦੀ ਪੂਰੀ ਜਿਹੜੀ ਹੈ ਦੋ ਐਂਡ ਦੇ ਵਿੱਚ ਤੇ ਇਸ ਮੈਟਲ ਵਾਇਰ ਦੇ ਉੱਤੇ ਤੁਸੀਂ ਇਸ ਸਕਰੂ ਡਰਾਈਵਰ ਨੂੰ ਇਸ ਵੇ ਨਾਲ ਮੂਵ ਕਰਾਣਾ ਤੇ ਜਦੋਂ ਅਸੀਂ ਇਹਨੂੰ ਇਹਦੇ ਉੱਤੇ ਇਸ ਵੇ ਨਾਲ ਮੂਵ ਕਰਾਉਂਦੇ ਆ ਤੇ ਅਸੀਂ ਇਹਨੂੰ ਨਾਮ ਦੇ ਦਿੰਦੇ ਕਿ ਵੀ ਇਹ ਜੌਕੀ ਆ ਜਿਹਦਾ ਘੋੜਸਵਾਰ ਜਿਹੜਾ ਹੁੰਦਾ ਠੀਕ ਹੈ ਜੀ ਉਹ ਐਸਐਚ ਘੋੜੇ ਦੀ ਸਵਾਰੀ ਕਰ ਰਿਹਾ ਉਹਨੂੰ ਅਸੀਂ ਜੌਕੀ ਕਹਿੰਦੇ ਇਨ ਦਾ ਸਿਮਿਲਰ ਵੇ ਆ ਜਿਹੜਾ ਮੇਰੇ ਕੋਲ ਐਸਐਚ ਪੈਨ ਟਾਈਪ ਮਟੀਰੀਅਲ ਆ ਇਹਨੇ ਇਸ ਵਾਇਰ ਦੇ ਉੱਤੇ ਇਸ ਵੇ ਨਾਲ ਸਲਾਈਡ ਕਰਨਾ ਤਾਂ ਅਸੀਂ ਕਹਿੰਦੇ ਜੀ ਇਹ ਐਸਐਚ ਜੌਕੀ ਹੋ ਗਿਆ ਠੀਕ ਹੈ ਜਿਹੜਾ ਵਾਇਰ ਦੇ ਉੱਤੇ ਸਲਾਈਡ ਕਰਦਾ ਪਿਆ ਤੇ ਵਾਇਰ ਤੇ ਸਲਾਈਡ ਕਰਨ ਕਰਕੇ ਇਹਦਾ ਨਾਮ ਅਸੀਂ ਸਲਾਈਡ ਵਾਇਰ ਬ੍ਰਿਜ ਰੱਖਿਆ ਦੂਜਾ ਪਾਸਿਓਂ ਆ ਜਿਹੜੀ ਵਾਇਰ ਹੋਏਗੀ A ਔਰ B ਟਰਮੀਨਲ ਦੇ ਅੰਦਰ ਇਹ ਵਾਇਰ 1 ਮੀਟਰ ਲੌਂਗ ਆ 100 ਸੈਂਟੀਮੀਟਰ ਦੀ ਲੈਂਥ ਹੁੰਦੀ ਆ ਇਸ ਲਈ ਇਸ ਡਿਵਾਈਸ ਦਾ ਨਾਮ ਅਸੀਂ ਮੀਟਰ ਬ੍ਰਿਜ ਰੱਖ ਰਹੇ ਸੋ ਮੀਟਰ ਬ੍ਰਿਜ ਨੂੰ ਇਸ ਲਈ ਕਿਹਾ ਜਾ ਰਿਹਾ ਕਿ ਜਿਹੜੀ ਵਾਇਰ ਇਹ ਚ ਯੂਜ਼ ਕੀਤੀ ਜਾ ਰਹੀ ਆ ਉਹ 1 ਮੀਟਰ ਲੌਂਗ ਆ ਔਰ ਵਾਇਰ ਕਿਸੇ ਵੀ ਮੇਰੇ ਕੋਲ ਮੈਟਲ ਦੀ ਨਹੀਂ ਹੈਗੀ ਵਾਇਰ ਅਸੀਂ ਇਸ ਵੇਲੇ ਜਿਹੜੀ ਲੈਣੇ ਆ ਉਹ ਮੇਰੇ ਕੋਲ ਕਨਸਟੈਂਟਨ ਜਾਂ ਮੈਂਗਾਨਿਨ ਦੋ ਮਟੀਰੀਅਲ ਦੇ ਨਾਮ ਲੈ ਰਿਹਾ ਐਲੋਏ ਨੇ ਮੈਂਗਾਨਿਨ ਠੀਕ ਹੈ ਜੀ ਮੈਗਨੀਜ਼ ਨਿਕਲ ਦੇ ਐਲੋਏ ਨੇ ਮੈਗਨੀਜ਼ ਨਿਕਲ ਦਾ ਜਾਂ ਮੇਰੇ ਕੋਲ ਜਿਹੜਾ ਐਸਐਚ ਕਨਸਟੈਂਟ ਹੈ ਇਹ ਦੋਨੋਂ ਦੇ ਦੋਨੋਂ ਮਟੀਰੀਅਲ ਦੀ ਐਡਵਾਂਟੇਜ ਇਹ ਹੁੰਦੀ ਆ ਕਿ ਇਹ ਐਲੋਏ ਨੇ ਔਰ ਐਲੋਏ ਕਰਕੇ ਇਹਨਾਂ ਦੀ ਰੈਜ਼ਿਸਟਿਵਿਟੀ ਬਹੁਤ ਹਾਈ ਹੁੰਦੀ ਹੈ ਇਸ ਲਈ ਕੋਈ ਐਸਐਚ ਕਾਪਰ ਵਾਇਰ ਅਸੀਂ ਇੱਥੇ A ਤੋਂ B ਦੇ ਅੰਦਰ ਅਟੈਚ ਨਹੀਂ ਕੀਤੀ ਹੋਈ ਠੀਕ ਹੈ ਆ ਜਿਹੜੀਆਂ ਸਟ੍ਰਿਪ ਨੇ L ਸ਼ੇਪ ਚ ਬਣਾਉਣਾ ਪਿਆ ਠੀਕ ਹੈ ਇਹ ਮੇਰੀਆਂ ਕਾਪਰ ਸਟ੍ਰਿਪ ਨੇ ਆਪਾਂ ਜਦੋਂ ਕਰੰਟ ਨੇ A ਪੁਆਇੰਟ ਤੋਂ ਐਂਟਰ ਕਰਨਾ ਮਤਲਬ ਆਪਾਂ ਇਹਨੂੰ ਕੀ ਕਰਾਂਗੇ ਇਸ ਅਰੇਂਜਮੈਂਟ ਨੂੰ ਕੀ ਕਰਾਂਗੇ ਇਸ ਵੇ ਨਾਲ ਇੱਕ ਬੈਟਰੀ ਨਾਲ ਅਟੈਚ ਕਰਨਾਂਗੇ ਇੱਕ ਵਨ ਵੇ ਕੀ ਲਗਾਤੀ ਤੇ ਜਦੋਂ ਇਸ ਪੂਰੇ ਦੇ ਪੂਰੇ ਅਰੇਂਜਮੈਂਟ ਦੇ ਅਕ੍ਰੋਸ ਤੁਸੀਂ ਕੀ ਪ੍ਰੈਸ ਕਰਕੇ ਕਰੰਟ ਸੈਂਡ ਕਰਨਾ ਤੇ A ਪੁਆਇੰਟ ਤੇ ਜਾ ਕੇ ਕਰੰਟ ਦੋ ਪਾਰਟ ਚ ਡਿਵਾਈਡ ਹੋਣਾ ਇੱਕ ਵਾਇਰ ਚ ਫਲੋ ਕਰੂਗਾ ਇੱਕ ਕਾਪਰ ਸਟ੍ਰਿਪ ਦੇ ਹੋ ਕੇ SHR ਰੈਜ਼ਿਸਟਰ ਚ ਜਾਊਗਾ R ਤੋਂ ਕਰੰਟ ਹੋ ਕੇ ਜਦੋਂ ਇਸ ਪੁਆਇੰਟ ਤੋਂ ਹੋ ਕੇ ਕਿਉਂਕਿ ਆ ਵੀ ਕਾਪਰ ਸਟ੍ਰਿਪ ਆ ਤੇ ਕਰੰਟ ਇਸ ਪੁਆਇੰਟ ਤੋਂ ਹੋ ਕੇ ਜਦੋਂ D ਤੇ ਆਣਾ ਤੇ D ਤੇ ਆ ਕੇ ਕਰੰਟ ਨੇ ਦੋ ਪਾਰਟ ਚ ਡਿਵਾਈਡ ਹੋ ਜਾਣਾ ਕੁਝ ਕਰੰਟ ਗੈਲਵੇਨੋਮੀਟਰ ਵਾਲੀ ਆਰਮ ਚ ਚਲੇ ਜਾਣਾ ਔਰ ਕੁਝ ਕਰੰਟ D ਤੋਂ S ਵਿੱਚ ਚਲੇ ਜਾਣਾ ਠੀਕ ਹੈ ਔਰ ਜਿਹੜਾ ਕਰੰਟ D ਤੋਂ S ਚ ਹੋ ਕੇ ਆ ਗਿਆ ਉਹ B ਤੇ ਪਹੁੰਚ ਗਿਆ ਇਧਰੋਂ ਜਿਹੜਾ ਕਰੰਟ B ਤੋਂ ਹੋ ਕੇ ਗੈਲਵੇਨੋਮੀਟਰ ਤੋਂ ਹੋ ਕੇ J ਤੇ ਆਏਗਾ ਤੇ ਇਧਰੋਂ ਕਰੰਟ A ਤੋਂ ਜਿਹੜਾ J ਵੱਲ ਜਾਂਦਾ ਪਿਆ ਇਸ J ਪੁਆਇੰਟ ਤੇ ਦੋ ਕਰੰਟ ਮਿਕਸ ਹੋ ਜਾਣੇ ਇੱਕ ਗੈਲਵੇਨੋਮੀਟਰ ਚੋਂ ਲੰਘ ਕੇ ਆਇਆ ਜਿਹੜਾ ਕਰੰਟ ਤੇ ਇੱਕ A ਤੋਂ ਜਿਹੜਾ ਇਧਰ ਨੂੰ ਆਇਆ ਔਰ ਇਹ ਕਰੰਟ ਮਿਕਸ ਹੋ ਕੇ J ਤੋਂ B ਵੱਲ ਜਾਣਾ ਇਸ ਲਈ ਜਦੋਂ ਕਰੰਟ B ਤੇ ਪਹੁੰਚਿਆ ਇਸ ਵਾਇਰ ਵਾਲਾ ਤੇ ਉੱਪਰੋਂ ਹੋ ਕੇ ਉਹ ਮਿਕਸ ਹੋ ਕੇ ਕਰੰਟ ਕਹਿੰਦਾ ਬੈਟਰੀ ਦੇ ਨੈਗੇਟਿਵ ਨੂੰ ਮੁੜ ਜਾਣਾ ਕਿਆ ਇੰਨੀ ਗੱਲ ਸਮਝ ਲੱਗੀ ਪਹਿਲੋਂ ਹਾਂਜੀ ਸਰ ਹਾਂਜੀ ਸਰ ਜੇ ਧਿਆਨ ਦਿਓ ਤੇ ਐਸਐਚ ਜਿਹੜਾ ਪੂਰਾ ਅਰੇਂਜਮੈਂਟ ਹੈ ਇਹ ਸੇਮ ਉਸੇ ਸਰਕਟ ਵਕਨ ਬਣਦਾ ਪਿਆ ਕਿਦਾਂ ਕਹਿ ਰਹੇ ਆਪਾਂ ਉਹਦੇ ਚ ਕਿਹਾ ਸੀਗਾ ਇਸ ਸਰਕਟ ਦੇ ਅੰਦਰ ਕਿ ਜਦੋਂ ਕਰੰਟ A ਤੇ ਆਣਾ ਠੀਕ ਹੈ ਜੀ ਉਹ ਐਸਐਚ ਇੱਕ ਰੈਜ਼ਿਸਟਰ P ਚ ਜਾਣਾ ਤੇ ਇੱਕ ਰੈਜ਼ਿਸਟਰ ਕਿੰਨਾ ਜੀ R ਚ ਜਾਣਾ R ਵਾਲਾ ਕਰੰਟ ਇੱਥੇ ਜਦੋਂ D ਤੇ ਪਹੁੰਚ ਗਿਆ ਆਪਾਂ ਕਿਹਾ ਸੀਗਾ ਇਹਨੂੰ D ਵਾਲੇ ਪੁਆਇੰਟ ਤੇ ਇੱਕ ਕਰੰਟ ਉੱਪਰੋਂ B ਤੋਂ ਵੀ ਆਣਾ ਤੁਸੀਂ ਪੁੱਠਾ ਵੀ ਕਹਿ ਸਕਦੇ ਜਦੋਂ R ਤੇ R ਚੋਂ ਪਾਸ ਕਰਕੇ ਕਰੰਟ D ਤੇ ਪਹੁੰਚਿਆ ਤੇ ਇੱਥੇ ਕਰੰਟ ਦੋ ਪਾਰਟ ਚ ਡਿਵਾਈਡ ਇਦਾਂ ਹੋ ਗਿਆ ਕਿ ਕੁਝ ਕਰੰਟ ਉੱਪਰ ਚਲਾ ਗਿਆ ਤੇ ਕੁਝ ਇੱਧਰ ਚਲਾ ਗਿਆ ਇਹ ਜਿਹੜਾ ਕਰੰਟ ਸੀ I1 ਵਾਲੇ ਨੂੰ B ਤੇ ਤੋੜਿਆ ਸੀਗਾ ਤੁਸੀਂ I1 ਵਾਲੀ ਥਾਂ ਤੇ ਕਰੰਟ ਇਸ D ਵਾਲੇ ਪੁਆਇੰਟ ਤੇ ਕਰੰਟ I1 ਲੈ ਕੇ ਖੜੇ ਹੋ ਜਾਓ ਠੀਕ ਹੈ ਤੇ
ਤੇ ਇਧਰੋਂ ਕਰੰਟ ਡੀ ਤੇ ਟੁੱਟ ਕੇ ਜਿਹੜਾ ਵਾ ਕੁਝ ਉੱਪਰ ਨੂੰ, ਠੀਕ ਹੈ, ਤੇ ਕੁਝ ਇਸ ਸਾਈਡ ਚੱਲ ਜੂ। ਤੇ ਜਿਹੜਾ ਉੱਪਰ ਨੂੰ ਕਰੰਟ ਡੀ ਤੋਂ ਚਲਾ ਗਿਆ, ਜਿਹੜਾ ਉੱਪਰ ਨੂੰ ਕਰੰਟ ਡੀ ਤੋਂ ਚਲਾ ਗਿਆ, ਜਿਹੜਾ ਇੱਥੋਂ ਕਰੰਟ ਡੀ ਤੋਂ ਚਲਾ ਗਿਆ ਹਨਾ, ਇਹ ਜੇ ਤੇ ਪਹੁੰਚਦਾ ਪਿਆ। ਇਧਰੋਂ ਜਿਹੜਾ ਕਰੰਟ ਡੀ ਤੋਂ ਚਲਾ ਗਿਆ, ਇਹਨੂੰ ਆਪਾਂ ਐਸਐਚ ਇਸ ਪੁਆਇੰਟ ਦਾ ਨਾਮ ਜੇ ਦੀ ਥਾਂ ਤੇ ਬੀ ਰੱਖਦੇ ਆ, ਇਹਨੂੰ ਕੁਝ ਨਾਮ ਬੋਲ ਦੇ ਦਾਂਗੇ, ਇਹ ਮੇਰਾ ਐਸਐਚ ਸੀ ਪੁਆਇੰਟ ਆ ਜਾਊਗਾ, ਇਹਦਾ ਰੱਖ ਲਓ ਨਾ। ਹੁਣ ਜਿਹੜਾ ਕਰੰਟ ਇਧਰੋਂ ਡੀ ਤੋਂ ਚੱਲ ਕੇ, ਜਿਹੜਾ ਕਰੰਟ ਡੀ ਤੋਂ ਚੱਲ ਕੇ ਬੀ ਵੱਲ ਜਾ ਰਿਹਾ, ਜਿਹੜਾ ਕਰੰਟ ਡੀ ਤੋਂ ਚੱਲ ਕੇ ਬੀ ਵੱਲ ਜਾ ਰਿਹਾ, ਉਹ ਕਰੰਟ ਏ ਤੋਂ ਜਿਹੜਾ ਆ ਰਿਹਾ ਸੀ ਉਹ ਨਾਲ ਮਿਕਸ ਹੋ ਗਿਆ। ਜਿਹੜਾ ਏ ਤੋਂ ਕਰੰਟ ਆ ਰਿਹਾ ਸੀ ਇਧਰੋਂ, ਠੀਕ ਹੈ ਜੀ, ਇਸ ਕਰੰਟ ਦੀ ਤੇ ਇਧਰੋਂ ਡੀ ਵਾਲੇ ਕਰੰਟ ਦੀ ਇੱਥੇ ਮਿਕਸਿੰਗ ਹੋ ਗਈ ਤੇ ਕਰੰਟ ਇਕੱਠਾ ਹੋ ਕੇ ਬਾਕੀ ਜਿੰਨਾ ਵੀ ਬਣਿਆ ਉਹ ਸਾਰੇ ਦਾ ਸਾਰਾ ਸੀ ਵੱਲ ਚਲਾ ਗਿਆ। ਜਿਹੜਾ ਡੀ ਤੋਂ ਕਰੰਟ ਬੀ ਤੇ ਪਹੁੰਚਿਆ ਤੇ ਜਿਹੜਾ ਏ ਤੋਂ ਕਰੰਟ ਬੀ ਤੇ ਪਹੁੰਚਿਆ, ਇਹ ਮਿਕਸ ਹੋ ਕੇ ਕਹਿੰਦਾ ਜੀ ਸੀ ਵੱਲ ਚਲਾ ਗਿਆ। ਯਾਨੀ ਇੱਕ ਤਰ੍ਹਾਂ ਪੂਰੇ ਦਾ ਪੂਰਾ ਇਹਦਾ ਪ੍ਰੈਕਟੀਕਲ ਸਰਕਟ ਜਿਹੜਾ ਹੋਏਗਾ ਉਹ ਮੇਰਾ ਆ ਮੀਟਰ ਬ੍ਰਿਜ ਬਣ ਜਾਏਗਾ। क्या ਇੰਨੀ ਗੱਲ ਸਮਝ ਲੱਗ ਰਹੀ? ਹਾਂਜੀ ਸਰ। ਹੁਣ ਇਹਦੇ ਅੰਦਰ ਅਸੀਂ ਕੀ ਕਰਾਂਗੇ, ਇੱਥੇ ਐਸਐਚ ਆਪਣੇ ਆਪ ਚ ਇੱਕ ਸਕੇਲ ਲੱਗੀ ਹੁੰਦੀ ਆ, ਠੀਕ ਹੈ, ਇੱਥੇ ਇਸ ਪੁਆਇੰਟ ਦਾ ਨਾਮ ਆਪਾਂ ਬੀ ਰੱਖਿਆ ਹੋਇਆ, ਠੀਕ ਹੈ ਜੀ, ਔਰ ਐਸਐਚ ਇਹ ਜੌਕੀ ਆ, ਜੌਕੀ ਨੂੰ ਅਸੀਂ ਜੇ ਨਾਲ ਰਿਪਰੈਜ਼ੈਂਟ ਕਰਦੇ। ਤੁਸੀਂ ਇੱਥੇ ਕਹਿੰਦੇ ਹੋ ਜੀ ਕਿ ਵੀ ਐਸਐਚ ਕੀ ਹੋਏਗਾ, ਆ ਮੇਰੀ ਇੱਕ ਇੱਥੇ ਸਕੇਲ ਬਣੀ ਹੁੰਦੀ ਆ, ਇੱਥੇ ਇੱਕ ਸਕੇਲ ਬਣੀ ਹੋਏਗੀ 0 1 2 3 और अप टू 100 सेंटीमीटर तक ਇਹਦੇ ਤੇ ਆ ਪੁਆਇੰਟ ਮਾਰਕ ਕੀਤੇ ਹੋਏ ਆ ਅਸੀਂ, ਯਾਨੀ 100 ਸੈਂਟੀਮੀਟਰ ਤੇ ਇਧਰੋਂ ਮੈਂ ਲੈ ਕੇ ਚੱਲਿਆ ਤਾਂ 0 ਸੈਂਟੀਮੀਟਰ। ਹੁਣ ਜਦੋਂ ਤੁਸੀਂ ਐਸ ਸੱਚ, ਹੁਣ ਗੱਲ ਸਮਝੋ ਧਿਆਨ ਨਾਲ, ਇਹਦੀ ਵਰਕਿੰਗ ਦੀ ਗੱਲ ਕਰ ਰਹੇ ਹਾਂ। ਜਦੋਂ ਕੀ ਪ੍ਰੈਸ ਕੀਤੀ ਔਰ ਕਰੰਟ ਪਾਸ ਕਰਨਾ ਸ਼ੁਰੂ ਹੋਇਆ ਤੇ ਇਸ ਪੁਆਇੰਟ ਤੇ ਆ ਕੇ ਕਰੰਟ ਦੋ ਪਾਰਟ ਚ ਜਾ, ਇੱਕ ਕਰੰਟ ਬੀ ਵਾਲੇ ਪਾਸੇ ਤੁਰ ਪਿਆ, ਯਾਨੀ ਇੱਕ ਕਰੰਟ ਇਸ ਵਾਇਰ ਵੱਲ ਨੂੰ ਚੱਲ ਪਿਆ, ਠੀਕ ਹੈ, ਇੱਕ ਕਰੰਟ ਕਾਪਰ ਸਟ੍ਰਿਪ ਦੇ ਥਰੂ ਹੋ ਕੇ ਆਰ ਨੂੰ ਚਲਾ ਗਿਆ। ਹੁਣ ਆਰ ਉੱਥੇ ਕੀ ਸੀਗਾ, ਆਰ ਵੇਰੀਏਬਲ ਸੀ, ਰੈਜ਼ਿਸਟੈਂਸ ਬਾਕਸ ਸੀਗਾ, ਜਿੱਚ ਬਾਰ-ਬਾਰ ਅਸੀਂ ਰੈਜ਼ਿਸਟੈਂਸ ਚੇਂਜ ਉਦੋਂ ਤੱਕ ਕਰਦੇ ਗਏ ਜਦੋਂ ਤੱਕ ਗੈਲਵੇਨੋਮੀਟਰ ਦੀ ਰਿਫਲੈਕਸ਼ਨ ਜ਼ੀਰੋ ਨਹੀਂ ਆਈ। ਹੁਣ ਇੱਕ ਚੇਂਜ ਆਣੀ ਆ, ਚੇਂਜ ਕੀ ਹੋਏਗੀ, ਆਰ ਰੈਜ਼ਿਸਟਰ ਬਾਕਸ ਤੇ ਹੈਗਾ, ਪਰ ਇਸ ਰੈਜ਼ਿਸਟਰ ਬਾਕਸ ਦੇ ਵਿੱਚੋਂ ਅਸੀਂ ਕੋਈ ਇੱਕ ਵੈਲਿਊ ਦੀ ਰੈਜ਼ਿਸਟੈਂਸ ਕੱਢ ਕੇ ਰੱਖ ਦਿੱਤੀ ਔਰ ਪੂਰੇ ਐਕਸਪੈਰੀਮੈਂਟ 'ਚ ਹੁਣ ਇਹਨੂੰ ਚੇਂਜ ਨਹੀਂ ਕਰਾਂਗੇ, यानी R मेरी हुन फिक्स्ड वैल्यू होगी, R दी वैल्यू मतलब 5 ओम तुसी काट के रख ली सर्किट च ओही रहनी है। हुन चेंज किदां करनी है, चेंज वास्ते की होएगा, आ जेड़ा गैल्वेनोमीटर दे नाल सी जॉकी नु जोड़िया होया, इनु तुसी वायर दे इस A पॉइंट तो इदां करके प्रेस करी जाना, प्रेस करदे 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 वायर ते किसी एक पॉइंट ते जदों मैं जॉकी प्रेस करांगा, मान लो आ पॉइंट ते मैं जदों जॉकी प्रेस कीती ते उदों गैल्वेनोमीटर दी रिफ्लेक्शन 0 हो गई, ठीक है। यानी जॉकी दी मूवमेंट दे नाल, जॉकी दी मूवमेंट ना वायर ते तुसी बैलेंस पॉइंट लभदे पए, अगे बैलेंस पॉइंट ਅਸੀਂ R ਨੂੰ ਚੇਂਜ ਕਰਕੇ ਲੱਭਿਆ, ਪਰ ਜਦੋਂ ਪ੍ਰੈਕਟੀਕਲ ਫਾਰਮ ਆ ਉਹ ਚ ਅਸੀਂ R ਇੱਕ ਵੈਲਿਊ ਫਿਕਸ ਕਰ ਦਿੱਤੀ, ਮੁੜ ਕੇ ਨਹੀਂ ਚੇਂਜ ਕਰਾਂਗਾ ਤੇ ਇਥੋਂ ਤੁਸੀਂ ਵਾਇਰ ਤੇ ਜੌਕੀ ਨੂੰ ਸਲਾਈਡ ਕਰੀ ਜਾਓਗੇ ਕਿਸੇ ਇੱਕ ਪੁਆਇੰਟ ਤੇ ਜਾ ਕੇ, ਠੀਕ ਹੈ ਜੀ, ਜੌਕੀ ਦੇ ਕੋਰਸਪੋਂਡਿੰਗ ਗੈਲਵੇਨੋਮੀਟਰ ਦੀ ਰਿਫਲੈਕਸ਼ਨ 0 ਆ ਜਾਏ। ਜਦੋਂ ਗੈਲਵੇਨੋਮੀਟਰ ਦੀ ਰਿਫਲੈਕਸ਼ਨ 0 ਆ ਗਈ ਤੇ ਤੁਸੀਂ A ਤੋਂ ਲੈ ਕੇ ਉਸ ਪੁਆਇੰਟ ਤੱਕ, A ਤੋਂ ਲੈ ਕੇ ਉਸ ਪੁਆਇੰਟ ਤੱਕ, ਔਰ ਉਸ ਪੁਆਇੰਟ ਦਾ ਨਾਮ ਅਸੀਂ ਐਸਐਚ ਤੇ B ਰੱਖਦੇ ਪਏ, ਇੱਥੇ ਤੱਕ ਦੀ ਜਿੰਨੀ ਲੈਂਥ ਹੋਏਗੀ ਉਹ ਆ ਸਕੇਲ ਤੋਂ ਨੋਟ ਕਰ ਲਾਂਗੇ ਕਿ 33 ਸੈਂਟੀਮੀਟਰ ਆ ਕਿ 47 ਆ ਕਿ 69 ਆ, ਜਿੰਨੀ ਵੀ ਹੋਏਗੀ ਆ ਲੈਂਥ ਨੋਟ ਕਰ ਲਾਂਗੇ ਕਿੰਨੀ ਆਈ, ਇਹਨੂੰ L ਸੈਂਟੀਮੀਟਰ ਮੰਨ ਲਓ। ਟੋਟਲ 100 ਸੈਂਟੀਮੀਟਰ ਆ, ਉਹ ਚੋਂ L ਸੈਂਟੀਮੀਟਰ ਤੇ ਬੈਲੈਂਸ ਆਇਆ, ਬਾਕੀ ਦੀ ਜਿਹੜੀ ਬਚੀ ਹੋਈ ਲੈਂਥ ਆ ਉਹ ਮੇਰੀ 100 ਮਾਈਨਸ L ਸੈਂਟੀਮੀਟਰ ਆ ਜਾਏਗੀ। क्लियर आ? हाँ जी सर। ਹੁਣ ਜਿੱਥੇ ਬੈਲੈਂਸ ਆ ਗਿਆ ਉੱਥੇ ਤੱਕ ਦੀ ਅਸੀਂ ਲੈਂਥ ਨੋਟ ਕਰ ਲੈਣੀ ਆ ਤੇ ਇੱਕ ਇਹਦੇ ਅੰਦਰ ਅਸੰਪਸ਼ਨ ਕੀ ਲਗਾਉਣ ਲੱਗੇ ਕਿ ਜੇ ਮੈਂ ਵਾਇਰ 100 ਸੈਂਟੀਮੀਟਰ ਲੌਂਗ ਯੂਜ਼ ਕੀਤੀ ਆ, ਉਹ ਚ 1 ਸੈਂਟੀਮੀਟਰ ਵਾਇਰ ਦੀ ਰੈਜ਼ਿਸਟੈਂਸ ਨੂੰ ਮੈਂ R ਮੰਨਣ ਲੱਗਿਆ। ਹੁਣ ਗੱਲ ਸਮਝਿਓ ਧਿਆਨ ਨਾਲ, ਆਪਾਂ ਇਹਨੂੰ ਕੰਪਲੀਟ ਕਿਉਂ ਕਰਨੀ, ਲੈਟ R ਬੀ ਦਾ ਸਮਾਲ r ਸਿੰਬਲ ਰੱਖਦਾ ਪਿਆ, ਲੈਟ R ਬੀ ਦਾ resistance of R be the resistance of 1 centimeter piece of wire. Let R be the resistance of 1 centimeter piece of, ठीक है जी, given wire. Given wire अपनी मैं बार बार कह रहा, इतने मेरी मैंगनीज कांस्टेंट एंड एलॉय दी होएगी, ठीक है। और जे 1 सेंटीमीटर दी रेजिस्टेंस R वा ते L सेंटीमीटर दी रेजिस्टेंस काट लो ते इधरों बाकी 100 में सेल दी बना लो, ਤੇ ਜੇ 1 ਸੈਂਟੀਮੀਟਰ ਦੀ R ਹੋਈ ਤੇ 30 ਸੈਂਟੀਮੀਟਰ ਦੀ 30 R ਹੋਗੀ ਤੇ ਦੂਜੇ ਪਾਸੇ 70 ਸੈਂਟੀਮੀਟਰ ਦੀ 70 R ਹੋਗੀ। ਆਪਾਂ ਉਹਨਾਂ ਰੈਜ਼ਿਸਟੈਂਸ ਨੂੰ ਇਹਦਾ ਨਾਮ ਦੇ ਦਿੰਦੇ L ਸੈਂਟੀਮੀਟਰ ਦੀ ਰੈਜ਼ਿਸਟੈਂਸ LR ਆ ਗਈ